ਵਾਹਿਗੁਰੂ ਵਾਹਿਗੁਰੂ। ਗੁਰੂ ਨਾਨਕ ਪਾਦ ਪੰਕਜ ਬੰਦਨ ਪਾਦ ਪੰਕਜ ਬੰਦਨ ਸਿਮਰੋ ਅੰਗਦ ਦੁਖ ਗੁਰ ਅਮਰਦਾਸ ਹਿਰਦੈ ਨਿਤ ਧਿਆਵੋ ਹਿਰਦੈ ਨਿਤ। ਸ੍ਰੀ ਗੁਰੂ ਰਾਮਦਾਸ ਗੁਣ ਗੁਰੂ ਅਰਜਨ ਬਿਗਨਨ ਕੇ ਨਾਸ਼ਕ ਬਿਗਨਨ ਕੇ। ਹਰ ਗੋਬਿੰਦ ਸ਼ੁਭ ਸਮਤ ਪਰ ਸ਼੍ਰੀ ਹਰਿ ਰਾਇ ਨਮੋ ਕਰ ਜੋਰੀ ਨਮੋ ਕਰ। ਸ਼੍ਰੀ ਹਰਿ ਕ੍ਰਿਸ਼ਨ ਮਨਾਏ ਤੇਗ ਬਹਾਦਰ ਪਰਮ ਕਿਰਪਾਲਾ ਵਾਹਿਗੁਰੂ ਪਰਮ। ਸ਼੍ਰੀ ਗੁਰੂ ਗੋਬਿੰਦ ਸਿੰਘ ਬਿਸਾਲਾ ਤਰੋਂ ਤਰਾ ਪਰ ਪੁਨ ਪੁਨ ਸੀਸਾ ਜੀ ਪੁਨ ਪੁਨ ਸੀਸਾ। ਬੰਦੋਂ ਬਾਰ ਬਾਰ ਜਗਦੀਸਾ ਏਕ ਓੰਕਾਰਾ ਸਤਿਗੁਰੂ ਤੇ ਪ੍ਰਸਾਦ ਸਚ ਹੋਏ। ਵਾਹਿਗੁਰੂ ਜੀ ਕੀ ਫਤਿਹ ਹੈ ਬਿਘਨ ਬਿਨਾਸਨ ਸੋਏ। ਵਾਹਿਗੁਰੂ ਜੀ ਕੀ ਫਤਿਹ ਹੈ ਬਿਘਨ ਬਿਨਾਸਨ ਸੋਏ। ਵਾਹਿਗੁਰੂ ਸਾਹਿਬ ਜੀ ਚੌਪਈ ਤਬ ਦੌਲਤ ਕਾਬਲ ਰਾਹ ਪਰਿਓ ਭੇਖ ਫਕੀਰੀ ਕਰ ਰਾਹ ਤੁਰਿਓ। ਥੇ ਰਾਹ ਰੁਕਾਏ ਬ੍ਰਹਮੇ ਸ਼ਾਹੇ ਦੌਲਤ ਪੂਜੈ ਨਾ ਕਾਬਲ ਰਾਹੇ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਿਕਾਰਯੋਗ ਸਨਮਾਨਯੋਗ ਗੁਰੂ ਕੀ ਸਾਜੀ ਨਵਾਜੀ ਹੋਈ ਗੁਰੂ ਰੂਪ ਗੁਰੂ ਖਾਲਸਾ ਸਾਧ ਸੰਗਤ ਜੀਓ। ਧੰਨਤਾ ਦੇ ਪਾਤਰ ਹੋ ਜੋ ਨੌਵੇਂ ਗੁਰੂਦੇਵ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀਆਂ ਦੇ ਪਾਵਨ ਪਵਿੱਤਰ ਚਰਨ ਛੋਹ ਇਤਿਹਾਸਿਕ ਅਸਥਾਨਾਂ ਉੱਪਰ ਨਿਤਾ ਪ੍ਰਤੀ ਸੰਧਿਆ ਵੇਲੇ ਦੇ ਸੁੰਦਰ ਸੱਚਖੰਡ ਦਰਬਾਰਾਂ ਅੰਦਰ ਹਾਜ਼ਰੀਆਂ ਭਰ ਕੇ ਆਪਣੇ ਵਡੇਰਿਆਂ ਦਾ ਇਤਿਹਾਸ, ਬਜ਼ੁਰਗਾਂ ਦਾ ਇਤਿਹਾਸ, ਪੰਥ ਖਾਲਸੇ ਦਾ ਇਤਿਹਾਸ ਬੜੀ ਸ਼ਰਧਾ ਭਾਵਨਾ ਸਤਿਕਾਰ ਸਹਿਤ ਸਰਵਣ ਕਰਦੇ ਆ ਰਹੇ ਹੋ। ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀਆਂ ਦੇ ਪਰਮ ਅਨਿੰਨ ਸਿੱਖ ਭਾਈ ਸਾਹਿਬ ਭਾਈ ਤਾਰੂ ਸਿੰਘ ਜੀ ਪਢਾਣੇ ਪਿੰਡ ਦੀ ਚੌਂਕੀ ਦੇ ਵਿੱਚ ਬੈਠੇ ਹਨ। ਜੇਲ੍ਹ ਦੇ ਅੰਦਰ ਸੰਗਤਾਂ ਮਿਲਣ ਲਈ ਆ ਰਹੀਆਂ ਹਨ। ਪਿੰਡ ਦੇ ਲੋਕ ਉਹ ਮਿਲਣ ਲਈ ਆਏ। ਭਾਈ ਤਾਰੂ ਸਿੰਘ ਜੀ ਨੂੰ ਆਖਦੇ ਕਿ ਬਾਬਾ ਜੀ ਤੁਹਾਨੂੰ ਇੱਥੋਂ ਅਸੀਂ ਰਾਤ ਨੂੰ ਛੁਡਾ ਕਰਕੇ ਲੈ ਜਾਂਦੇ ਹਾਂ, ਪਿੱਛੇ ਜੋ ਹੋਏਗਾ ਦੇਖਿਆ ਜਾਏਗਾ।
ਭਾਈ ਤਾਰੂ ਸਿੰਘ ਜੀ ਨੇ ਮਨਾ ਕਰ ਦਿੱਤਾ ਕਿ ਨਹੀਂ, ਅਸੀਂ ਆਪਣਾ ਸਿਰ ਇਹਨਾਂ ਤੁਰਕਾਂ ਦੇ ਸਿਰ ਚੜ੍ਹ ਕੇ ਲਾਉਣਾ ਹੈ, ਜਿਸ ਪ੍ਰਕਾਰ ਸਾਡੇ ਗੁਰੂ ਸਾਹਿਬਾਨ ਨੇ ਲਾਇਆ। ਸੰਗਤਾਂ ਨੇ ਪੁੱਛਿਆ ਕਿ ਕਿਸ ਪ੍ਰਕਾਰ ਗੁਰੂ ਸਾਹਿਬਾਨ ਨੇ ਅਜਿਹਾ ਕੀਤਾ, ਤੇ ਭਾਈ ਤਾਰੂ ਸਿੰਘ ਜੀ ਇਤਿਹਾਸ ਸੁਣਾ ਰਹੇ ਹਨ ਕਿ ਕਿਵੇਂ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਬਾਬਰ ਨੂੰ 7 ਪੁਸ਼ਤਾਂ ਦਾ ਰਾਜ ਦਿੱਤਾ ਬੇਪਰਵਾਹੀ ਦੇ ਵਿੱਚ। ਮੇਰਾ ਪ੍ਰਭ ਬੇਪਰਵਾਹ ਹੈ, ਨਾ ਤਿਸ ਤਿਲ ਨਾ ਤਮਾਏ। ਕਿਵੇਂ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਰਾਜ ਦਿੱਤਾ, ਉਹ ਕਥਾ ਭਾਈ ਤਾਰੂ ਸਿੰਘ ਜੀ ਸੁਣਾ ਰਹੇ ਹਨ ਕਿ ਜਦੋਂ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਦਾ ਅਵਤਾਰ ਹੋਇਆ ਰਾਏ ਭੋਇੰ ਦੀ ਤਲਵੰਡੀ ਨਨਕਾਣਾ ਸਾਹਿਬ ਦੇ ਵਿੱਚ, ਉਸ ਵੇਲੇ ਦਿੱਲੀ ਦਾ ਬਾਦਸ਼ਾਹ ਸਿਕੰਦਰ ਲੋਧੀ, ਜਿਹੜਾ ਬਹਿਲੋਲ ਖਾਨ ਲੋਧੀ ਤੋਂ ਬਾਅਦ ਰਾਜਾ ਬਣਿਆ, ਸਿਕੰਦਰ ਲੋਧੀ ਮਰਿਆ, ਕੁੱਪਾ ਰੁੜਿਆ। ਉਸ ਤੋਂ ਬਾਅਦ ਉਹਦਾ ਪੁੱਤਰ ਬੈਰਮ ਖਾਂ ਇਬਰਾਹਿਮ ਲੋਧੀ, ਉਹ ਦਿੱਲੀ ਦਾ ਬਾਦਸ਼ਾਹ ਬਣਿਆ ਤੇ ਨਿਆਣ ਮੱਤ ਸੀ। ਤੇ ਜਦੋਂ ਬਾਦਸ਼ਾਹ ਬਣਿਆ ਹੰਕਾਰ ਦੇ ਵਿੱਚ ਆਇਆ। ਇਹਦੇ ਨਾਲ ਜਿੰਨੇ ਵੀ ਇਹਦੇ ਅਧੀਨ ਕੰਮ ਕਰਦੇ ਸਨ, ਰਾਜ ਪ੍ਰਬੰਧ ਚਲਾਉਂਦੇ ਸਨ, ਇਮਾਨਦਾਰ ਲੋਕ, ਸਾਰਿਆਂ ਨੂੰ ਗੱਦੀ ਤੋਂ ਹੇਠਾਂ ਉਤਾਰ ਕੇ ਇਸਨੇ ਆਪਣੇ ਨਵੇਂ ਰੰਗਰੂਟ, ਆਪਣੇ ਯਾਰ ਮਿੱਤਰੋਂ ਭਰਤੀ ਕਰ ਲਏ ਤੇ ਜਿਹੜੇ ਚੰਗੇ ਸੂਝਵਾਨ ਲੋਕ ਸਨ ਉਹਨਾਂ ਨੂੰ ਇਸਨੇ ਮਾਰ ਦਿੱਤਾ। ਇੱਥੋਂ ਤੱਕ ਕਿ ਸੂਝਵਾਨ ਪੁਰਸ਼ ਰਾਏ ਭੋਏ, ਉਸ ਨੂੰ ਵੀ ਇਸਨੇ ਖਤਮ ਕਰ ਦਿੱਤਾ। ਦੌਲਤ ਖਾਂ, ਉਹਦੇ 4 ਪੁੱਤਰਾਂ ਨੂੰ ਵੀ ਇਸਨੇ ਮਾਰ ਦਿੱਤਾ। 2 ਨੂੰ ਕੰਧਾਂ ਦੇ ਵਿੱਚ ਚਿਣ ਕੇ ਖਤਮ ਕੀਤਾ ਤੇ 2 ਨੂੰ ਤਲਵਾਰਾਂ ਦੇ ਨਾਲ ਕੱਟ ਕੇ ਮਾਰ ਦਿੱਤਾ। ਉਹਨਾਂ 4 ਪੁੱਤਰਾਂ ਦੇ ਵਿੱਚੋਂ ਇੱਕ ਪੁੱਤਰ ਗਾਜ਼ੀ ਮਸਤ ਖਾਂ, ਉਸਨੇ ਮਰਨ ਤੋਂ ਪਹਿਲਾਂ ਆਪਣੇ ਪਿਤਾ ਨੂੰ ਚਿੱਠੀ ਲਿਖੀ ਦੌਲਤ ਖਾਂ ਨੂੰ ਕਿ ਆ ਪਿਤਾ ਜੀ, ਤੁਸੀਂ ਲੁਧਿਆਣੇ ਤੋਂ ਚਲੇ ਜਾਓ, ਇੱਥੇ ਨਾ ਰਹੋ, ਕਿਉਂਕਿ ਇਹ ਦਿੱਲੀ ਦਾ ਰਾਜਾ ਇਹ ਗਰਕਿਆ ਗਿਆ, ਭ੍ਰਸ਼ਟ ਹੋ ਚੁੱਕਾ, ਇਹਨੂੰ ਰਾਜ ਪ੍ਰਬੰਧ ਨਹੀਂ ਕਰਨਾ ਆਉਂਦਾ। ਤੇ ਜਾ ਕਰਕੇ ਗੁਰੂ ਨਾਨਕ ਮਹਾਰਾਜ ਜੀ ਤੋਂ ਆਗਿਆ ਲੈ ਕਰਕੇ ਤੁਸੀਂ ਕਾਬਲ ਤੋਂ ਮੁਗਲਾਂ ਨੂੰ ਚੜਾ ਲਿਆਓ, ਇਹ ਮੇਰੀ ਅੰਤਿਮ ਇੱਛਾ ਹੈ। ਗਾਜ਼ੀ ਮਸਤ ਖਾਂ ਨੇ ਆਪਣੇ ਪਿਤਾ ਨੂੰ ਚਿੱਠੀ ਲਿਖੀ ਤੇ ਇੱਧਰ ਦੌਲਤ ਖਾਂ ਕੋਲ ਚਿੱਠੀ ਪਹੁੰਚੀ ਲੁਧਿਆਣੇ। ਲੁਧਿਆਣੇ ਤੋਂ ਚਿੱਠੀ ਮਿਲਦੇ ਸਾਰ ਦੌਲਤ ਖਾਂ ਨੇ ਕਾਲਾ ਜਿਹਾ ਲਿਬਾਸ ਪਾਇਆ, ਫਕੀਰਾਂ ਵਾਲਾ ਭੇਸ ਬਣਾਇਆ ਤੇ ਭੱਜਦਾ ਭਜਾਂਦਾ ਹੋਇਆ ਸਿੱਧਾ ਜਾ ਕਰਕੇ ਐਮਨਾਬਾਦ ਗਿਆ, ਜਿੱਥੇ ਗੁਰੂ ਨਾਨਕ ਦੇਵ ਜੀ ਮਹਾਰਾਜ ਬਿਰਾਜੇ ਹਨ। ਪਾਤਸ਼ਾਹ ਮਹਾਰਾਜ ਨੂੰ ਬੇਨਤੀ ਕੀਤੀ, ਮਹਾਰਾਜ, ਜਿਹੜੇ ਤੁਸੀਂ 4 ਪੁੱਤਰ ਦਿੱਤੇ ਸਨ, ਉਹਨਾਂ 4ਾਂ ਦਾ ਦਿੱਲੀ ਦੇ ਬਾਦਸ਼ਾਹ ਨੇ ਕਤਲ ਕਰ ਦਿੱਤਾ, ਬੈਰਮ ਖਾਂ ਨੇ। ਤੇ ਮਹਾਰਾਜ, ਇਹ ਬੇਨਤੀ ਹੈ ਤੁਹਾਡੇ ਚਰਨਾਂ ਦੇ ਵਿੱਚ ਕਿ ਹੁਣ ਤੁਸੀਂ ਇਹਨਾਂ ਲੋਧੀਆਂ ਤੋਂ ਪਾਤਸ਼ਾਹੀਆਂ ਖੋਹ ਲਓ ਤੇ ਮਹਾਰਾਜ ਮੁਗਲਾਂ ਨੂੰ ਦੇ ਦਿਓ। ਮਹਾਰਾਜ ਨੇ ਆਖਿਆ ਕਿ ਸੋਚ ਲੈ ਦੌਲਤ ਖਾਂ, ਮੁੜ ਕੇ ਤੁਹਾਡੇ ਪਠਾਣਾ ਕੋਲ ਪਾਤਸ਼ਾਹੀਆਂ ਆਉਣੀਆਂ ਨਹੀਂ। ਕਹਿੰਦਾ ਮਹਾਰਾਜ ਕੋਈ ਗੱਲ ਨਹੀਂ, ਸਾਡੇ ਕੋਲ ਨਾ ਆਵੇ ਕੋਈ ਗੱਲ ਨਹੀਂ, ਮਹਾਰਾਜ ਜੀ ਤੁਸੀਂ ਦਿੱਲੀ ਦੇ ਤਖਤ ਤੇ ਬਿਰਾਜ ਜਾਓ। ਮਹਾਰਾਜ ਜੀ ਨੇ ਮਨਾ ਕਰ ਦਿੱਤਾ ਕਿ ਅਸੀਂ ਦੁਨਿਆਵੀ ਪਾਤਸ਼ਾਹੀਆਂ ਕੀ ਕਰਨੀਆਂ, ਜੇ ਅਸੀਂ ਦੁਨਿਆਵੀ ਪਦਾਰਥ ਸੁਖ ਭੋਗੇ ਤੇ ਲੋਕਾਂ ਨੇ ਚੇਟਕਾਂ ਲਾਉਣੀਆਂ, ਚੇਟਕਾਂ ਕਰਨੀਆਂ, ਇਸ ਕਰਕੇ ਸਾਨੂੰ ਲੋੜ ਨਹੀਂ ਦੁਨਿਆਵੀ ਪਾਤਸ਼ਾਹੀ ਦੀ। ਤੇ ਕਹਿਣ ਲੱਗਾ ਮਹਾਰਾਜ ਫਿਰ ਇਹ ਆਗਿਆ ਦੇ ਦਿਓ ਕਿ ਮੈਂ ਮੁਗਲਾਂ ਨੂੰ ਲੈ ਆਵਾਂ ਚੜਾ ਕੇ ਕਾਬਲ ਤੋਂ। ਮਹਾਰਾਜ ਨੇ ਸੁਚੇਤ ਕੀਤਾ ਕਿ ਦੌਲਤ ਖਾਂ, ਮੁੜ ਕੇ ਤੁਹਾਡੇ ਹੱਥ ਪਾਤਸ਼ਾਹੀ ਨਹੀਂ ਆਉਣੀ। ਕੋਈ ਗੱਲ ਨਹੀਂ ਮਹਾਰਾਜ,
ਮਹਾਰਾਜ ਜੀ ਨੇ ਆਗਿਆ ਦੇ ਦਿੱਤੀ। ਹੁਣ ਜਿਸ ਪ੍ਰਕਾਰ ਇਹ ਦੌਲਤ ਖਾਂ ਕਾਬਲ ਦੇ ਰਸਤੇ ਪੈ ਰਿਹਾ, ਕਿਸ ਪ੍ਰਕਾਰ ਬਾਬਰ ਨੂੰ ਚੜਾ ਕਰਕੇ ਲਿਆ ਰਿਹਾ ਤੇ ਮੁਗਲਾਂ ਦੀ ਹਿੰਦੁਸਤਾਨ ਦੇ ਵਿੱਚ ਕਿਸ ਪ੍ਰਕਾਰ ਆਮਦ ਹੁੰਦੀ ਹੈ, ਉਸ ਕਥਾ ਨੂੰ ਸਰਵਣ ਕਰਨ ਲਈ ਮਨੋਬਿਰਤੀਆਂ ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀਆਂ ਦੇ ਚਰਨਾਂ ਵਿੱਚ ਟਿਕਾਈਏ। ਗੁਰੂ ਦਰਬਾਰ ਦੇ ਵਿੱਚ ਹਾਜ਼ਰੀ ਲਵਾਉਂਦਿਆਂ ਹੋਇਆ ਸਮੂਹ ਮਾਈ ਭਾਈ ਆਖਣਾ ਕਰੀਏ ਜੀ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਚੌਪਈ ਤਬ ਦੌਲਤ ਕਾਬਲ ਰਾਹ ਪਰਿਓ। ਮਹਾਰਾਜ ਜੀ ਤੋਂ ਆਗਿਆ ਲੈ ਕਰਕੇ ਦੌਲਤ ਖਾਂ ਪਠਾਨ ਇਹ ਕਾਬਲ ਦੇ ਰਸਤੇ ਪੈ ਗਿਆ। ਅਹਿਮਦਾਬਾਦ ਰੋੜੀ ਸਾਹਿਬ ਤੋਂ ਮਹਾਰਾਜ ਜੀ ਨੂੰ ਨਮਸਕਾਰ ਕਰਕੇ ਕਾਬਲ ਦੇ ਰਸਤੇ ਤੇ ਤੁਰ ਪਿਆ। ਭੇਖ ਫਕੀਰੀ ਕਰ ਰਾਹ ਤੁਰਿਓ। ਉਹੀ ਫਕੀਰਾਂ ਵਾਲਾ ਭੇਸ ਇਸਨੇ ਬਣਾਇਆ ਹੋਇਆ, ਕਾਲਾ ਜਿਹਾ ਚੋਲਾ ਪਹਿਨਿਆ ਹੋਇਆ, ਪੱਗ ਵੀ ਕਾਲੀ ਜੀ ਬੰਨੀ ਹੋਈ ਕਿ ਪਛਾਣ ਚ ਨਾ ਆਵੇ। ਇਸੇ ਤਰ੍ਹਾਂ ਕਾਲਾ ਜਿਹਾ ਲਿਬਾਸ ਪਾ ਕੇ ਇਹ ਕਾਬਲ ਦੇ ਰਸਤੇ ਚੱਲ ਪਿਆ। ਹੇ ਰਾਹ ਰੁਕਾਏ ਬ੍ਰਹਮੇ ਸ਼ਾਹੇ। ਕਿਉਂਕਿ ਉਧਰ ਦਿੱਲੀ ਤੋਂ ਬੈਰਮ ਖਾਨ ਨੇ, ਇਬਰਾਹਿਮ ਲੋਧੀ ਨੇ ਆਪਣੇ ਬੰਦੇ ਭੇਜ ਦਿੱਤੇ ਸਨ ਕਿ ਦੌਲਤ ਖਾਂ ਜਿੱਥੇ ਮਿਲੇ ਇਸ ਨੂੰ ਮਾਰ ਦਿਓ, ਕਤਲ ਕਰ ਦਿਓ। ਇਸ ਤਰ੍ਹਾਂ ਲੁਕਦਾ ਲੁਕਾਉਂਦਾ ਇਹ ਜਾ ਰਿਹਾ ਹੈ। ਦੌਲਤ ਪੂਜੈ ਨਾ ਕਾਬਲ ਰਾਹੇ। ਆਖ ਦਿੱਤਾ ਸੀ ਕੋਈ ਵੀ ਤਰੀਕੇ ਨਾਲ ਦੌਲਤ ਖਾਂ ਕਾਬਲ ਨਹੀਂ ਜਾਣਾ ਚਾਹੀਦਾ। ਦੌਲਤ ਖਾਂ ਨੂੰ ਰਾਹ ਵਿੱਚ ਹੀ ਕਤਲ ਕਰ ਦਿਓ, ਇਸ ਨੂੰ ਮਾਰ ਦਿਓ। ਛੱਡ ਵੈ ਰਾਹੇ ਅਵਰ ਰਾਹੇ ਪਰਿਓ। ਰਾਹ ਦੇ ਵਿੱਚ ਜਿਹੜਾ ਰਸਤਾ ਕਾਬਲ ਨੂੰ ਜਾਂਦਾ ਸੀ ਉਧਰ ਚੌਂਕੀਆਂ ਲੱਗ ਗਈਆਂ, ਰਾਹ ਦੇ ਵਿੱਚ ਨਾਕੇ ਲੱਗ ਗਏ, ਥਾਂ ਥਾਂ ਤੇ ਨਾਕੇ ਲੱਗੇ ਨੇ। ਦੌਲਤ ਖਾਂ ਦੀ ਗ੍ਰਿਫਤਾਰੀ ਨਿਕਲੀ ਹੋਈ ਹੈ ਤੇ ਦੌਲਤ ਖਾਂ ਸਿੱਧੇ ਰਸਤੇ ਨਹੀਂ ਪਿਆ, ਇਹ ਕਰਾਹੇ ਪੈ ਗਿਆ। ਟੇਢੇ ਮੇਢੇ ਰਸਤਿਆਂ ਤੋਂ, ਗਲੀਆਂ ਪਿੰਡਾਂ ਦੇ ਵਿੱਚੋਂ, ਛੋਟੇ ਰਸਤਿਆਂ ਦੇ ਵਿੱਚੋਂ ਇਹ ਜਾਣ ਲੱਗਾ। ਰਾਹ ਕੋ ਰਾਹੇ ਕਾਬਲ ਬਰਿਓ। ਸਿੱਧੇ ਰਸਤੇ ਜਿਹੜਾ ਮੁੱਖ ਰਸਤਾ ਜਾਂਦਾ ਸੀ, ਜਿੱਧਰ ਨਾਕੇ ਲੱਗੇ ਸਨ, ਉਧਰ ਨੂੰ ਨਹੀਂ ਗਿਆ। ਪਿੰਡਾਂ ਦੇ ਵਿੱਚੋਂ ਟੇਢੇ ਮੇਢੇ ਰਸਤਿਆਂ ਤੋਂ ਹੁੰਦਾ ਹੋਇਆ ਲੰਘਦਾ ਲੰਘਾਂਦਾ ਦੌਲਤ ਖਾਂ ਅਖੀਰ ਨੂੰ ਕਾਬਲ ਪੁੱਜ ਗਿਆ। ਊਹਾ ਭੇਸ ਪੁਨ ਆਪਣੋ ਕਰਿਓ। ਜਦੋਂ ਕਾਬਲ ਪਹੁੰਚ ਗਿਆ ਉੱਥੇ ਜਾ ਕੇ ਇਸਨੇ ਆਪਣਾ ਉਹ ਕਾਲਾ ਜਿਹਾ ਲਿਬਾਸ ਉਹ ਲਾਹ ਦਿੱਤਾ ਤੇ ਨਵਾਬਾਂ ਵਾਲੇ ਕੱਪੜੇ ਪਾ ਲਏ। ਨਵਾਬਾਂ ਵਾਲਾ ਇਸਨੇ ਭੇਸ ਬਣਾ ਲਿਆ, ਧਾਰਨ ਕਰ ਲਿਆ। ਜਾਏ ਦੇਸ਼ ਬਾਬਰ ਕੇ ਵਰਿਓ। ਬਾਬਰ ਦੇ ਦੇਸ਼ ਚਲਿਆ ਗਿਆ, ਕਾਬਲ ਦੇ ਵਿੱਚ, ਈਰਾਨ ਦੇ ਵਿੱਚ, ਬਾਬਰ ਦੇ ਇਲਾਕੇ ਦੇ ਵਿੱਚ ਵੜ ਗਿਆ। ਦੇਹ ਬਾਬਰ ਸੋ ਮਿਲਨ ਨਾ ਹੋਈ। ਹੁਣ ਬਾਬਰ ਉਹ ਈਰਾਨ ਦਾ ਬਾਦਸ਼ਾਹ ਤੇ ਇਲਾਕੇ ਦੇ ਬਾਦਸ਼ਾਹ ਨੂੰ ਮਿਲਣਾ ਕਿਹੜਾ ਸੌਖਾ ਹੁੰਦਾ। ਤੇ ਦੌਲਤ ਖਾਂ ਬਥੇਰਿਆਂ ਨੂੰ ਮਿੰਨਤਾਂ ਕਰੇ, ਮੰਤਰੀਆਂ ਨੂੰ, ਅਹਿਲਕਾਰਾਂ ਨੂੰ ਕਿ ਮੈਂ ਮਿਲਣਾ, ਮੈਂ ਦਿੱਲੀ ਤੋਂ ਆਇਆ, ਹਿੰਦੁਸਤਾਨ ਤੋਂ ਆਇਆ। ਪਰ ਦੌਲਤ ਖਾਂ ਦੀ ਕੋਈ ਪੇਸ਼ ਨਹੀਂ ਜਾ ਰਹੀ, ਬਾਬਰ ਨੂੰ ਇਹ ਮਿਲ ਨਹੀਂ ਸਕ ਰਿਹਾ। ਜਬ ਸਤਿਗੁਰ ਯੋਨ ਧਿਆਏ ਤੋਈ। ਜਦੋਂ ਕੋਈ ਚਾਰਾ ਨਾ ਚੱਲਿਆ ਫਿਰ ਦੌਲਤ ਖਾਂ ਨੇ ਅਰਦਾਸ ਕੀਤੀ, ਬੇਨਤੀ ਕੀਤੀ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਦੇ ਚਰਨਾਂ ਵਿੱਚ। ਤੁਰਤ ਬਾਬਰ ਸੋ ਮਿਲਨੋ ਭਇਓ। ਜਦੋਂ ਮਹਾਰਾਜ ਜੀ ਨੂੰ ਬੇਨਤੀ ਕੀਤੀ, ਮਹਾਰਾਜ ਕਿਰਪਾ ਕਰਕੇ ਤੁਸੀਂ ਮੈਨੂੰ ਭੇਜਿਆ, ਤੁਹਾਡੀ ਆਗਿਆ ਲੈ ਕਰਕੇ ਆਇਆ ਤੇ ਕਿਰਪਾ ਕਰਕੇ ਮੇਰਾ ਬਾਬਰ ਨਾਲ ਮਿਲਾਪ ਹੋ ਜਾਵੇ। ਜਹ ਜਹ ਪੇਖੋ ਤਹ ਹਜੂਰ, ਦੂਰ ਕਤਹੁ ਨਾ ਜਾਈ। ਜਿੱਥੇ ਹਰ ਆਰਾਧੀ ਹੈ ਤਿੱਥੇ ਹਰ ਮਿੱਤ ਸਹਾਈ। ਤੇ ਦੌਲਤ ਖਾਂ ਅਰਦਾਸ ਕਰ ਰਿਹਾ ਤੇ ਜਦੋਂ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਨੂੰ ਅਰਦਾਸ ਕੀਤੀ ਤੇ ਉਹ ਅਰਦਾਸ ਪੂਰੀ ਹੋਈ। ਇੱਕਦਮ ਰਾਹ ਬਣ ਗਿਆ, ਬਾਬਰ ਨੂੰ ਮਿਲਣ ਦਾ ਰਸਤਾ ਖੁੱਲ ਗਿਆ। ਜਬ ਸਤਿਗੁਰ ਕੋ ਧਿਆਵਤ ਭਇਓ। ਜਦੋਂ ਇਸਨੇ ਮਹਾਰਾਜ ਜੀ ਦੀ ਆਰਾਧਨਾ ਕੀਤੀ, ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਦਾ ਧਿਆਨ ਧਾਰਨ ਕੀਤਾ। ਹਿੰਦ ਹਵਾਲੇ ਉਨ ਸਭ ਸੁਨ ਲਿਓ। ਤੇ ਉਸੇ ਵੇਲੇ ਬਾਬਰ ਨੂੰ ਮਿਲ ਪਿਆ, ਬਾਬਰ ਦੇ ਦਰਬਾਰ ਦੇ ਵਿੱਚ ਚਲਿਆ ਗਿਆ ਤੇ ਬਾਬਰ ਦੇ ਨਾਲ ਜਦੋਂ ਮੁਲਾਕਾਤ ਹੋਈ, ਦੌਲਤ ਖਾਂ ਨੇ ਸਭ ਕੁਝ ਦੱਸ ਦਿੱਤਾ। ਜੋ ਜੋ ਹਿੰਦੁਸਤਾਨ ਦੇ ਵਿੱਚ ਚੱਲ ਰਿਹਾ ਸੀ
ਉਹ ਸਾਰੀ ਖਬਰ ਦੱਸ ਦਿੱਤੀ। ਦੌਲਤ ਖਾਂ ਕੋ ਆਦਰ ਕਯੋ। ਤੇ ਬਾਬਰ ਨੇ ਵੀ ਬੜਾ ਸਨਮਾਨ ਕੀਤਾ। ਦੌਲਤ ਖਾਂ ਦਾ ਵੀ ਨਵਾਬ ਹੈ, ਹਿੰਦੁਸਤਾਨ ਤੋਂ ਆਇਆ, ਦਿੱਲੀ ਦਾ ਨਵਾਬ ਹੈ, ਤੇ ਉਹਦਾ ਵੀ ਸਤਿਕਾਰ ਕੀਤਾ, ਆਓ ਭਗਤ ਕੀਤੀ। ਦੌਲਤ ਦਿੱਲੀ ਭੇਤ ਬਤਾਇਓ। ਤੇ ਦੌਲਤ ਖਾਂ ਨੇ ਕੱਲਾ ਕੱਲਾ ਭੇਦ ਦੱਸ ਦਿੱਤਾ ਦਿੱਲੀ ਦਾ, ਕਿ ਇਸ ਵੇਲੇ ਦਿੱਲੀ ਦੇ ਤਖਤ ਦੇ ਉੱਪਰ ਬੈਠਾ ਬੈਰਮ ਖਾਂ ਇਬਰਾਹਿਮ ਲੋਧੀ, ਜਿਹਦੀ ਨਿਆਣ ਮੱਤ ਹੈ, ਜਿਹਨੂੰ ਰਾਜ ਨਹੀਂ ਕਰਨਾ ਆਉਂਦਾ, ਮਾੜੀ ਮੱਤ ਵਾਲਾ ਬੈਠਾ, ਸਭ ਕੁਝ ਦੌਲਤ ਖਾਂ ਨੇ ਦੱਸ ਦਿੱਤਾ। ਫੌਜ ਜੋਰ ਕਰ ਗਿਣੋ ਸੁਨਾਇਓ। ਸਾਰੀ ਫੌਜ ਦੀ ਗਿਣਤੀ ਦੱਸ ਦਿੱਤੀ ਕਿ ਇਸ ਵੇਲੇ ਹਿੰਦੁਸਤਾਨ ਦੇ ਵਿੱਚ ਇੰਨੀ ਫੌਜ ਹੈ, ਦਿੱਲੀ ਦੇ ਵਿੱਚ ਪਿਆਦਾ ਫੌਜ ਇੰਨੀ ਹੈ, ਘੋੜਸਵਾਰ ਇੰਨੇ ਨੇ, ਬੈਰਮ ਖਾਂ ਕੋਲ ਇੰਨੀਆਂ ਤੋਪਾਂ, ਇੰਨੀਆਂ ਜੰਬੂਰਾਂ, ਇੰਨੇ ਰਹਿਕਲੇ, ਤੇ ਇੰਨਾ ਉਹਦੇ ਕੋਲ ਤੋਸ਼ਾਖਾਨਾ, ਸਭ ਕੁਝ ਦੱਸ ਦਿੱਤਾ ਦੌਲਤ ਖਾਂ ਨੇ। ਸੂਬੇ ਅਗਲੇ ਦਏ ਮਰਵਾਏ। ਤੇ ਇਹ ਵੀ ਦੱਸ ਦਿੱਤਾ ਕਿ ਜਿਹੜੇ ਉਹਦੇ ਕੋਲ ਪਹਿਲਾਂ ਸਿਆਣੇ ਸਿਆਣੇ ਸੂਬੇਦਾਰ ਸਨ, ਉਹਨਾਂ ਸਾਰਿਆਂ ਨੂੰ ਬੈਰਮ ਖਾਂ ਨੇ ਮਰਵਾ ਦਿੱਤਾ। ਜਾਂ ਤਾਂ ਉਹਨਾਂ ਨੂੰ ਗੱਦੀਓਂ ਉਠਾ ਦਿੱਤਾ, ਥੱਲੇ ਉਤਾਰ ਦਿੱਤਾ ਗੱਦੀ ਤੋਂ, ਜਾਂ ਫਿਰ ਉਹਨਾਂ ਨੂੰ ਮਾਰ ਦਿੱਤਾ। ਨਏ ਬਾਲਕ ਦਏ ਸੂਬੇ ਠਰਾਏ। ਤੇ ਜਿਹੜੇ ਇਹਦੇ ਆਪਣੇ ਦੋਸਤ ਸਨ, ਰੰਗਰੂਟ ਜੇ, ਮੁੰਡੂ ਜੇ, ਉਹਨਾਂ ਨੂੰ ਇਸਨੇ ਗੱਦੀ ਤੇ ਬਿਠਾ ਲਿਆ, ਜਿਨ੍ਹਾਂ ਨੂੰ ਰਾਜ ਭਾਗ ਦੀ ਕੋਈ ਸੋਝੀ ਨਹੀਂ, ਕੋਈ ਰਾਜ ਕਿੱਦਾਂ ਚਲਾਉਣਾ, ਕੋਈ ਕੰਮ ਨਹੀਂ ਕਰਨਾ ਆਉਂਦਾ। ਨਵੇਂ ਜਿਹੇ ਰੰਗਰੂਟਾਂ ਨੂੰ ਇਸਨੇ ਗੱਦੀ ਤੇ ਬਿਠਾ ਦਿੱਤਾ। ਉਨ ਤੇ ਬੰਦੋਬਸਤ ਨਾ ਹੋਏ। ਇਹ ਨਵੇਂ ਜਿਹੇ ਮੁੰਡੂਆਂ ਕੋਲੋਂ, ਉਹਨਾਂ ਕੋਲੋਂ ਬੰਦੋਬਸਤ ਨਹੀਂ ਹੋ ਰਿਹਾ ਕਿ ਰਾਜ ਭਾਗ ਕਿੱਦਾਂ ਕਰਨਾ, ਕਿੱਦਾਂ ਸੰਭਾਲਣਾ, ਕਿੱਦਾਂ ਕੰਮ ਚਲਾਉਣਾ ਰਾਜ ਭਾਗ ਦਾ, ਉਹਨਾਂ ਤੋਂ ਇਹ ਬੰਦੋਬਸਤ ਨਹੀਂ ਸਰ ਰਿਹਾ। ਬਦੀ ਲਗਾਵਨ ਅਗਲਨ ਸੋਏ। ਤੇ ਜਿਨ੍ਹਾਂ ਨੂੰ ਇਸਨੇ ਗੱਦੀ ਤੇ ਬਿਠਾਇਆ, ਨਵੇਂ ਰੰਗਰੂਟਾਂ ਜਿਹਾਂ ਨੂੰ, ਤੇ ਉਹ ਦੂਜਿਆਂ ਦੇ ਉੱਪਰ ਦੋਸ਼ ਲਾਉਂਦੇ ਨੇ, ਬਦੀ ਕੱਢਦੇ ਨੇ ਦੂਜਿਆਂ ਦੇ, ਵੀ ਜੀ ਜਿਹੜੇ ਸਾਡੇ ਤੋਂ ਪਹਿਲਾਂ ਬੈਠੇ ਸਨ ਸੂਬੇਦਾਰ, ਉਹਨਾਂ ਨੂੰ ਨਹੀਂ ਕੰਮ ਕਰਨਾ ਆਇਆ, ਉਹਨਾਂ ਨੇ ਨਹੀਂ ਰਾਜ ਚਲਾਇਆ। ਅੱਜ ਵੀ ਇਦਾਂ ਹੀ ਹੁੰਦਾ, ਅੱਜ ਵੀ ਆਖ ਦਿੱਤਾ ਜਾਂਦਾ ਜੀ ਨਹੀਂ, ਆ ਪਿਛਲੀਆਂ ਸਰਕਾਰਾਂ ਨੇ ਨਹੀਂ ਕੁਝ ਕੀਤਾ, ਜਾਂ ਖਜ਼ਾਨਾ ਖਾਲੀ ਹੈ। ਤੇ ਇਹ ਜਿਹੜੇ ਨੇ ਆ ਨਵੇਂ ਜਿਹੇ ਰੰਗਰੂਟ, ਇਹ ਬਦੀ ਲਗਾ ਰਹੇ ਨੇ ਵੀ ਪਿਛਲਿਆਂ ਨੇ ਕੁਝ ਨਹੀਂ ਕੀਤਾ, ਉਹਨਾਂ ਨੇ ਰਾਜ ਭਾਗ ਨਹੀਂ ਚੱਜ ਨਾਲ ਕੀਤਾ, ਉਹਨਾਂ ਨੇ ਸਰਕਾਰ ਨਹੀਂ ਤੋਰੀ, ਤੇ ਸਾਡਾ ਕੀ ਕਸੂਰ ਹੈ ਜਦੋਂ ਅਸੀਂ ਗੱਦੀ ਤੇ ਬੈਠੇ। ਦੋਹਰਾ ਦੀਨਾ ਉਨ ਵੱਡ ਮਾਰ ਸਭ ਸੂਬੇ ਔਰ ਵਜ਼ੀਰ। ਦੌਲਤ ਖਾਂ ਦੱਸ ਰਿਹਾ ਕੱਲੀ ਕੱਲੀ ਗੱਲ ਕਿ ਜਿਹੜੇ ਤਾਂ ਸਿਆਣੇ ਬਜ਼ੁਰਗ, ਇਮਾਨਦਾਰ, ਸੂਝਵਾਨ ਸਨ, ਜਿਹੜੇ ਗੱਦੀਆਂ ਤੇ ਬੈਠੇ ਰਾਜ ਪ੍ਰਬੰਧ ਚਲਾ ਰਹੇ ਸਨ, ਉਹਨਾਂ ਸਾਰਿਆਂ ਨੂੰ ਗੱਦੀਆਂ ਤੋਂ ਹੇਠਾਂ ਉਤਾਰ ਕੇ ਇਸ ਪਾਪੀ ਬੈਰਮ ਖਾਂ ਨੇ ਮਾਰ ਦਿੱਤਾ, ਕਤਲ ਕਰਵਾ ਦਿੱਤਾ। ਬਾਲਕ ਮੂੜ ਗਵਾਰ ਜੇ ਜੇਤੇ ਕੀਏ ਅਮੀਰ। ਤੇ ਜਿਹੜੇ ਇਹਦੇ ਆਪਣੇ ਮਿੱਤਰ ਸਨ, ਬਾਲਕ ਜੇ, ਨਿਆਣ ਮੱਤ, ਮੁੰਡੂ ਜੇ, ਰੰਗਰੂਟ ਜੇ, ਇਹਨਾਂ ਨੂੰ ਇਸਨੇ ਗੱਦੀ ਤੇ ਬਿਠਾ ਕੇ ਅਮੀਰ ਬਣਾ ਦਿੱਤਾ, ਸੂਬੇਦਾਰੀਆਂ ਦੇ ਦਿੱਤੀਆਂ। ਚੌਪਈ ਜੋ ਕੋ ਬਚਿਓ ਹੈ ਅਬ ਤਾਈ। ਹੁਣ ਜਿਹੜਾ ਵੀ ਕੋਈ ਉੱਥੇ ਬਚਿਆ ਹੈ, ਕੋਈ ਪੁਰਾਣਿਆਂ ਦੇ ਵਿੱਚੋਂ ਜਿਨ੍ਹਾਂ ਨੂੰ ਰਾਜ ਪ੍ਰਬੰਧ ਚਲਾਉਣਾ ਆਉਂਦਾ, ਜੇ ਕੋਈ ਉੱਥੇ ਕੋਈ ਪੁਰਾਣਾ ਕੋਈ ਬਚਿਆ ਹੈ, ਤਾਂ ਕੋ ਆਸਾ ਜੀਵਨ ਨਾਹੀ। ਤੇ ਉਹਨਾਂ ਦੇ ਵੀ ਜਿਉਣ ਦੀ ਆਸ ਨਹੀਂ। ਬਾਬਰ, ਮੈਂ ਤੇਰੇ ਕੋਲ ਆਇਆ, ਇਹ ਵੀ ਨਹੀਂ ਪਤਾ ਕਿ ਪਿੱਛੇ ਉਹਨਾਂ ਦਾ ਵੀ ਕਤਲ ਹੋ ਗਿਆ ਹੋਵੇ, ਇਹਦੀ ਵੀ ਕੁਝ ਨਹੀਂ ਪਤਾ ਕਿ ਉੱਥੇ ਪਿੱਛੇ ਮਾਰ ਦਿੱਤਾ ਹੋਵੇ ਉਹਨਾਂ ਨੂੰ, ਜਿਹੜੇ ਮਾੜੇ ਮੋਟੇ ਰਹਿ ਗਏ ਪੁਰਾਣੇ, ਜਿਨ੍ਹਾਂ ਨੂੰ ਰਾਜ ਪ੍ਰਬੰਧ ਕਰਨਾ ਆਉਂਦਾ, ਚਲਾਉਣਾ ਆਉਂਦਾ। ਇਸ ਪ੍ਰਕਾਰ ਇਹ ਬੈਰਮ ਖਾਂ ਨੇ ਸਾਰਿਆਂ ਨੂੰ ਕਤਲ ਕਰ ਦਿੱਤਾ, ਮਾਰ ਦਿੱਤਾ। ਇਹ ਰਜਵਾੜੇ ਸਭ ਦਿਲਗੀਰ। ਜਿੰਨੇ ਵੀ ਹਿੰਦੁਸਤਾਨ ਦੇ ਰਜਵਾੜੇ ਨੇ, ਰਿਆਸਤਾਂ ਹਨ, ਉਹ ਸਾਰੇ ਆਪਣਾ ਦਿਲ ਛੱਡੀ ਬੈਠੇ ਨੇ, ਸਾਰੇ ਡਰੀ ਜਾਂਦੇ ਨੇ ਇਸ ਰਾਜੇ ਤੋਂ। ਕੋਈ ਇਸ ਨੂੰ ਸਲਾਹ ਨਹੀਂ ਦਿੰਦਾ, ਨਾ ਕੋਈ ਇਹਦੇ ਨਾਲ ਗੱਲਬਾਤ ਕਰੇ, ਵੀ ਪਤਾ ਨਹੀਂ ਕਿ ਅਸੀਂ ਕੀ ਬੋਲੀਏ ਤੇ ਕੀ ਸਮਝ ਲਵੇ, ਕਦੋਂ ਸਾਨੂੰ ਮਾਰ ਦੇਵੇ, ਫਤਵਾ ਦੇ ਦੇਵੇ। ਇਸ ਕਰਕੇ ਸਾਰੀਆਂ ਰਿਆਸਤਾਂ, ਰਜਵਾੜੇ ਆਪਣਾ ਦਿਲ ਛੱਡੀ ਬੈਠੇ ਹਨ। ਮਰਹੱਟੇ ਦਖਣੀ ਕੀਏ ਤਗੀਰ। ਤੇ ਉਧਰ ਜਿਹੜੇ ਦੱਖਣ ਦੇ ਮਰਹੱਟੇ ਨੇ, ਉਹ ਵੀ ਇਸਨੇ ਦੁਖੀ ਕੀਤੇ ਹੋਏ ਨੇ, ਉਹ ਮਰਾਠੇ, ਉਹ ਵੀ ਇਸਨੇ ਸਤਾਏ ਹੋਏ ਹਨ। ਉਸ ਪੈਥੋਂ ਇੱਕ ਭੋਵ ਪ੍ਰਧਾਨ। ਤੇ ਇੱਥੋਂ ਤੱਕ ਬਾਬਰ, ਮੈਂ ਤੈਨੂੰ ਕੀ ਦੱਸਾਂ,
ਇਹਦੇ ਕੋਲ ਇਹਦਾ ਆਪਣਾ ਵਜ਼ੀਰੇ ਆਜ਼ਮ ਰਾਏ ਭੋਏ, ਜਿਹੜਾ ਬੜਾ ਸੂਝਵਾਨ ਸੀ, ਬੜਾ ਚੰਗਾ ਇਮਾਨਦਾਰ ਸੀ, ਅਕਲਦਾਰ ਥੋ ਬੜੋ ਸੁਜਾਨ, ਜਿਹੜਾ ਬੜਾ ਅਕਲਦਾਨ ਸੀ, ਬੜਾ ਸੂਝਵਾਨ ਸੀ, ਦਿੱਲੀ ਦਾ ਵਜ਼ੀਰੇ ਆਜ਼ਮ ਸੀ, ਬੜਾ ਸਿਆਣਾ ਪੁਰਸ਼ ਸੀ। ਜਬ ਦੇਖੇ ਉਨ ਮਰੇ ਅਮੀਰ, ਜਦੋਂ ਰਾਏ ਭੋਏ ਨੇ ਵੇਖਿਆ ਆਪਣੇ ਅੱਖਾਂ ਨਾਲ ਕਿ ਬੈਰਮ ਖਾਨ ਨੇ, ਜਿੰਨੇ ਸੂਝਵਾਨ ਨੇ ਪੁਰਾਣੇ ਬਜ਼ੁਰਗ ਨੇ ਜਿਹੜੇ ਰਾਜ ਚਲਾਉਂਦੇ ਆ ਰਹੇ ਨੇ ਬੜਿਆਂ ਸਾਲਾਂ ਤੋਂ, ਜਦੋਂ ਬੈਰਮ ਖਾਨ ਨੇ ਸਾਰੇ ਮਰਵਾ ਦਿੱਤੇ, ਹੋਤ ਕੰਮ ਉਨ ਲਖਿਓ ਤਗੀਰ, ਤੇ ਉਹ ਸਾਰੇ ਕੰਮ ਇਹ ਮਾੜੇ ਕਰੀ ਜਾ ਰਿਹਾ ਬੈਰਮ ਖਾਨ, ਸਾਰੇ ਜਦੋਂ ਮਾਰ ਦਿੱਤੇ, ਉਸ ਭਲੇ ਕੀ ਆਖੀ ਬਾਤ, ਤੇ ਜਾ ਕਰਕੇ ਰਾਏ ਭੋਏ ਨੇ ਸਮਝਾਇਆ ਬੈਰਮ ਖਾਨ ਨੂੰ, ਦਿੱਲੀ ਦੇ ਵਿੱਚ ਜਾ ਕੇ ਤਖਤੇ ਤਾਊਸ ਜਾ ਕਰਕੇ ਸਮਝਾਇਆ, ਜੀ ਇਹ ਤੁਸੀਂ ਗਲਤ ਕਰ ਰਹੇ ਹੋ, ਬੈਰਮ ਖਾਨ ਇਬਰਾਹਿਮ ਲੋਧੀ ਇਹ ਤੁਸੀਂ ਸਹੀ ਨਹੀਂ ਕਰ ਰਹੇ, ਸਿਆਣੇ ਬਜ਼ੁਰਗਾਂ ਨੂੰ ਹਟਾ ਕੇ ਆ ਨਵੇਂ ਮੁੰਡੂਆਂ ਜਿਹਾਂ ਨੂੰ ਭਰਤੀ ਕਰ ਲਿਆ, ਚਾਹੀਦਾ ਤਾਂ ਇਹ ਸੀ ਕਿ ਇਹਨਾਂ ਦੇ ਅਧੀਨ ਇਹਨਾਂ ਨੂੰ ਰੱਖਦੇ, ਨਵੇਂ ਰੰਗ ਰੂਟਾਂ ਨੂੰ ਇਹਨਾਂ ਦੀ ਸਲਾਹ ਦੇ ਨਾਲ ਕੰਮ ਕਰਦੇ, ਜਾਂ ਇਹਨਾਂ ਦੇ ਅਧੀਨ ਰਹਿ ਕੇ ਕੰਮਕਾਰ ਸਿੱਖਦੇ, ਰਾਜ ਭਾਗ ਕਿੱਦਾਂ ਕਰਨਾ, ਫਿਰ ਇਹਨਾਂ ਨੂੰ ਗੱਦੀਆਂ ਤੇ ਬਿਠਾ ਦਿੰਦੇ। ਤੁਸੀਂ ਇੱਕਦਮ ਇਹਨਾਂ ਨੂੰ ਗੱਦੀਆਂ ਤੋਂ ਹਟਾ ਦਿੱਤਾ ਤੇ ਮਰਵਾ ਦਿੱਤਾ, ਤੇ ਆ ਨਵਿਆਂ ਭਰਤੀਆਂ ਨੂੰ ਤੁਸੀਂ ਗੱਦੀਆਂ ਤੇ ਬਿਠਾ ਦਿੱਤਾ, ਸੂਬੇਦਾਰੀਆਂ ਦੇ ਦਿੱਤੀਆਂ। ਵੱਡੇ ਕੰਮ ਨਹਿ ਛੋਟੇ ਕਰਾਤ, ਬਾਦਸ਼ਾਹ ਇਹ ਵੱਡੇ ਵੱਡੇ ਕੰਮ ਇਹਨਾਂ ਛੋਟਿਆਂ ਤੋਂ ਹੋਣੇ ਨਹੀਂ। ਰਾਏ ਭੋਏ ਨੇ ਸਲਾਹ ਦਿੱਤੀ ਬੈਰਮ ਖਾਨ ਨੂੰ, ਉਹ ਦੱਸ ਰਿਹਾ ਦੌਲਤ ਖਾਨ, ਕਹਿੰਦਾ ਜੀ ਆ ਵੱਡੇ ਵੱਡੇ ਕੰਮ, ਰਾਜ ਭਾਗ ਕਿੱਦਾਂ ਕਰਨਾ, ਦੂਜੇ ਦੇਸ਼ਾਂ ਦੇ ਨਾਲ ਕਿੱਦਾਂ ਵਪਾਰ ਕਰਨਾ, ਕਿੱਦਾਂ ਸੰਧੀਆਂ ਕਰਨੀਆਂ, ਇਹਨਾਂ ਛੋਟਿਆਂ ਨੂੰ ਹਜੇ ਨਹੀਂ ਆਉਂਦੀਆਂ। ਮਾਰੇ ਵੱਡੇ ਚਹੀ ਨਾ ਸੂਰੇ, ਤੇ ਤੁਹਾਨੂੰ ਆ ਵੱਡਿਆਂ ਨੂੰ ਮਾਰਨਾ ਨਹੀਂ ਸੀ ਚਾਹੀਦਾ, ਜਿਹੜੇ ਸਿਆਣੇ ਹਨ, ਜਿਹੜੇ ਸੂਬੇਦਾਰ ਹਨ, ਜਿਹੜੇ ਰਾਜ ਪ੍ਰਬੰਧ ਚਲਾਉਂਦੇ, ਉਹਨਾਂ ਨੂੰ ਕਤਲ ਨਹੀਂ ਸੀ ਕਰਨਾ ਚਾਹੀਦਾ। ਛੋਟੇ ਕਰੇ ਨਾ ਵੱਡੇ ਕੰਮ ਪੂਰੇ, ਇਹ ਛੋਟੇ ਇਹ ਕਿੱਦਾਂ ਵੱਡੇ ਕੰਮ ਕਰ ਸਕਦੇ ਨੇ, ਛੋਟਾ ਬੰਦਾ ਉਹ ਵੱਡੇ ਕੰਮ, ਉੱਚੇ ਕੰਮ ਨਹੀਂ ਕਰ ਸਕਦਾ। ਦੋਹਰਾ ਕੈਸੇ ਛੋਟੇ ਨਰਨ ਤੈ ਸਰੇ ਬੜਨ ਕੋ ਕਾਮ, ਆ ਛੋਟਿਆਂ ਤੋਂ ਰੰਗਰੂਟਾਂ ਜਿਹਾਂ ਤੋਂ ਇਹਨਾਂ ਤੋਂ ਵੱਡੇ ਕੰਮ ਨਹੀਂ ਸਰ ਸਕਦੇ ਕਦੇ ਵੀ। ਇਹ ਰਾਜ ਪ੍ਰਬੰਧ ਚਲਾਉਣਾ ਇਹ ਕੋਈ ਖਾਲਾ ਜੀ ਦਾ ਵਾੜਾ ਨਹੀਂ, ਕੋਈ ਸੌਖਾ ਕੰਮ ਨਹੀਂ, ਤੇ ਇਹਨਾਂ ਛੋਟਿਆਂ ਰੰਗਰੂਟਾਂ ਜਿਹਾਂ ਤੋਂ ਇਹ ਵੱਡੇ ਕੰਮ ਨਹੀਂ ਸਰਨੇ। ਤੇ ਹੁਣ ਇਹਦੀ ਉਦਾਹਰਨ ਦਿੰਦੇ ਹਨ, ਮੜਿਓ ਦਮਾਮੇ ਜਾਤ ਕਬ ਸੋਚੂ ਹੈ ਕੇ ਚਾਮ, ਉਦਾਹਰਨ ਦਿੱਤੀ, ਕਹਿੰਦੇ ਜੀ 100 ਚੂਹਾ ਮਾਰ ਲਵੋ ਤੇ 100 ਚੂਹਿਆਂ ਦਾ ਚੰਮ ਉਤਾਰ ਲਵੋ, ਉਹਨਾਂ ਦੀ ਚਮੜੀ ਉਤਾਰ ਲਵੋ, ਤਾਂ ਵੀ ਇੱਕ ਨਗਾਰਾ ਨਹੀਂ ਮੜਿਆ ਜਾ ਸਕਦਾ। ਨਗਾਰਾ ਵੱਡਾ ਹੁੰਦਾ, ਉਹਨੂੰ ਮੜਨ ਵਾਸਤੇ ਖੱਲ ਵੱਡੀ ਚਾਹੀਦੀ ਆ। 100 ਚੂਹੇ ਵੀ ਮਾਰ ਦਿੱਤੇ ਜਾਣ, ਉਹਨਾਂ ਦੇ ਚਮੜੇ ਨਾਲ ਨਗਾਰਾ ਨਹੀਂ ਮੜਿਆ ਜਾ ਸਕਦਾ। ਤੇ ਨਗਾਰਾ ਮੜਨ ਲਈ ਸਿਰਫ ਇੱਕੋ ਊਂਟ ਦੀ ਖੱਲ ਕਾਫੀ ਹੁੰਦੀ ਹੈ। ਇਸ ਕਰਕੇ ਇਹਨਾਂ ਛੋਟਿਆਂ ਤੋਂ ਆ ਵੱਡੇ ਕੰਮ ਨਹੀਂ ਹੋ ਸਕਦੇ। ਉਦਾਹਰਨ ਦਿੱਤੀ ਰਾਏ ਭੋਏ ਨੇ, ਕਹਿੰਦੇ ਨਗਾਰਾ ਮੜਨ ਲਈ ਇੱਕ ਊਂਟ ਦੀ ਖੱਲ ਕਾਫੀ ਹੁੰਦੀ ਹੈ, ਇੱਕ ਊਂਟ ਦਾ ਕੰਮ 100 ਚੂਹੇ ਰਲ ਕੇ ਵੀ ਨਹੀਂ ਕਰ ਸਕਦੇ। ਇਸ ਕਰਕੇ ਤੇ ਇਹ ਉਦਾਹਰਨ ਦਿੱਤੀ ਜਦੋਂ ਰਾਏ ਭੋਏ ਨੇ, ਚੌਪਈ ਯੋ ਸੁਨ ਭੋਇਓ ਮਾਰ ਗਵਾਏ, ਤੇ ਜਦੋਂ ਇਹ ਸਭ ਕੁਝ ਸੁਣਿਆ ਬੈਰਮ ਖਾਨ ਨੇ, ਤੇ ਉਸਨੇ ਆਖਿਆ ਤੂੰ ਵਜ਼ੀਰੇ ਆਜ਼ਮ ਦਿੱਲੀ ਦਾ ਤੇ ਮੈਂ ਦਿੱਲੀ ਦਾ ਬਾਦਸ਼ਾਹ, ਤੂੰ ਮੈਨੂੰ ਮੱਤਾ ਦਿੰਦਾ, ਮੈਨੂੰ ਆ ਕੇ ਮੈਨੂੰ ਸਿਆਣਪ ਦੀ ਗੱਲ ਦੱਸਦਾ। ਤੇ ਉਸਨੂੰ ਚੰਗੇ ਭਲੇ ਰਾਏ ਭੋਏ ਨੂੰ ਮਰਵਾ ਦਿੱਤਾ, ਉਸਨੂੰ ਕਤਲ ਕਰ ਦਿੱਤਾ। ਵੀ ਜੇ ਮਾੜੇ ਬੰਦੇ ਨੂੰ ਚੰਗੀ ਗੱਲ ਵੀ ਦਸੀਏ ਉਹ ਵੀ ਉਸ ਨੂੰ ਮਾੜੀ ਲੱਗਦੀ ਹੈ, ਉਹ ਵੀ ਮਾੜੀ ਪ੍ਰਤੀਤ ਹੁੰਦੀ ਹੈ ਉਸ ਨੂੰ। ਜਿਵੇਂ ਇੱਕ ਕਹਾਣੀ ਹੈ ਨਾ ਕਿ ਮੀਂਹ ਪੈ ਰਿਹਾ ਸੀ ਤੇ ਇੱਕ ਕੱਟ ਫੋੜਵਾ, ਜਿਹਨੂੰ ਬਿਜੜਾ ਵੀ ਕਹਿੰਦੇ, ਤੇ ਉਹ ਬੈਠਾ ਆਪਣੇ ਆਲਣੇ ਦੇ ਵਿੱਚ, ਤੇ ਉਸੇ ਦਰਖਤ ਦੇ ਉੱਪਰ ਬਾਂਦਰ ਬੈਠਾ ਮੀਂਹ ਦੇ ਵਿੱਚ ਭਿੱਜ ਰਿਹਾ। ਤੇ ਉਹ ਬਿਜੜੇ ਨੇ ਆਖਿਆ ਕੱਟ ਫੋੜਵੇ ਨੇ ਕਿ ਇਹ ਬਾਂਦਰ ਤੇਰੇ ਹੱਥ ਪੈਰ ਹਨ, ਤੇ ਤੂੰ ਕਿਉਂ ਨਹੀਂ ਕਿਤੇ ਜਾ ਕੇ ਲੁਕ ਜਾਂਦਾ ਜਾਂ ਆਪਣੇ ਲਈ ਤੂੰ ਛੱਤ ਬਣਾ ਲੈਂਦਾ। ਉਹਨੇ ਇਸ ਪ੍ਰਕਾਰ ਆਖਿਆ ਤੇ ਅੱਗੋਂ ਬਾਂਦਰ ਉਹਦੇ ਗਲ ਪੈ ਗਿਆ ਤੇ ਕਹਿੰਦਾ ਤੇਰਾ ਤਿੱਖੀ ਜੀ ਨੱਕ ਹੈ ਤੇ ਤੂੰ ਮੈਨੂੰ ਮੱਤਾਂ ਦੇ ਰਹੀ ਹੈ।
ਤੂੰ ਇੱਕ ਨਿੱਕੇ ਜਿਹੇ ਆਲਣੇ ਦੇ ਵਿੱਚ ਤੂੰ ਮੈਨੂੰ ਮੱਤਾ ਦਿੰਦੀ ਏਡੇ ਵੱਡੇ ਨੂੰ, ਮੈਂ ਘਰ ਬਣਾਵਾਂ ਜਾਂ ਨਾ, ਮੈਂ ਤੇਰਾ ਵੀ ਢਾਹ ਦੇਣਾ। ਤੇ ਉਹ ਬਾਂਦਰ ਨੇ ਉਹ ਬਿਜੜੇ ਦਾ ਆਲਣਾ ਵੀ ਢਾਹ ਦਿੱਤਾ। ਤੇ ਇਹੋ ਗੱਲ ਹੋਈ ਵੀ ਮਾੜੇ ਬੰਦੇ ਨੂੰ ਸਲਾਹ ਦੇਣੀ ਵੀ ਉਹ ਵੀ ਚੰਗੀ ਨਹੀਂ, ਇਹ ਮੂਰਖ ਹੁੰਦੇ ਨੇ। ਤੇ ਗੁਰਬਾਣੀ ਦੇ ਵਿੱਚ ਮੂਰਖਾਂ ਦੇ ਨਾਲ ਕਿੱਦਾਂ ਨਜਿੱਠਣਾ ਉਹ ਵੀ ਦੱਸਿਆ ਗਿਆ। ਦੋ ਤਰ੍ਹਾਂ ਨਾਲ ਨਜਿੱਠਿਆ ਜਾਂਦਾ ਮੂਰਖਾਂ ਦੇ ਨਾਲ। ਪਹਿਲਾਂ ਤਾਂ ਹੈ ਕਿ ਮੂਰਖ ਹੈ ਨਾਲ ਨਾ ਲੁੱਝੀ ਹੈ, ਕਿ ਜੇ ਮੂਰਖ ਆ ਕੇ ਬਹਿ ਜਾਂਦਾ ਬਹਿਸ ਕਰਦਾ ਤੇ ਉਹਨੂੰ ਫਤਿਹ ਬੁਲਾ ਦਿਓ ਵੀ ਚੰਗਾ ਭਾਈ ਤੂੰ ਸਹੀ ਅਸੀਂ ਮਾੜੇ, ਮੂਰਖ ਹੈ ਨਾਲ ਨਾ ਲੁੱਝੀ ਹੈ। ਤੇ ਦੂਜਾ, ਜਦੋਂ ਮੂਰਖ ਤਾਂ ਵੀ ਨਾ ਹਟੇ, ਫਿਰ ਗੁਰਬਾਣੀ ਆਖਦੀ ਆ ਮੂਰਖ ਗੰਢ ਪਵੈ ਮੋਹਿ ਮਾਰ। ਫਿਰ ਮੂਰਖ ਕਿੱਦਾਂ ਲੋਟ ਆਉਂਦਾ? ਜਦੋਂ ਉਹਦੇ ਮੂੰਹ ਦੇ ਉੱਪਰ ਪੈਂਦੀਆਂ ਹਨ ਇਸ ਪ੍ਰਕਾਰ। ਤੇ ਜਦੋਂ ਭਲੀ ਗੱਲ ਆਖੀ ਰਾਏ ਭੋਏ ਨੇ ਤੇ ਬੈਰਮ ਖਾਂ ਨੂੰ ਹਜਮ ਨਾ ਹੋਈ, ਕਹਿੰਦਾ ਤੂੰ ਮੈਨੂੰ ਮੱਤਾ ਦਿੰਦਾ ਬਾਦਸ਼ਾਹ ਨੂੰ, ਤੇ ਉਸ ਨੂੰ ਵੀ ਕਤਲ ਕਰਵਾ ਦਿੱਤਾ। ਆਪਣੇ ਖੈਰ ਖਾਹੀ ਉਨ ਕਾਏ, ਜਿਹੜੇ ਉਹਦੇ ਖੈਰ ਖਾ ਸਨ, ਜਿਹੜੇ ਉਹਨੂੰ ਚੰਗੀਆਂ ਸਲਾਹਾਂ ਦਿੰਦੇ, ਜਿਹੜੇ ਉਹਦੀ ਖੈਰ ਮੰਗਦੇ, ਉਸ ਨੂੰ ਵੀ ਇਸਨੇ ਜਿਉਂਦਾ ਨਾ ਛੱਡਿਆ। ਬਿਨ ਤਕਸੀਰ ਉਨ ਮਾਰਿਓ ਬੁਆ, ਬਿਨਾ ਕਿਸੇ ਤਕਸੀਰ ਤੋਂ, ਬਿਨਾ ਦਲੀਲ ਅਪੀਲ ਵਕੀਲ ਤੋਂ ਕੁਝ ਵੀ ਨਾ ਸੁਣਿਆ, ਬਸ ਇੱਕਦਮ ਫਤਵਾ ਦੇ ਦਿੱਤਾ ਕਿ ਇਹਨਾਂ ਨੂੰ ਸੂਲੀ ਚਾੜ ਦਿਓ, ਇਹਨਾਂ ਨੂੰ ਫਾਹੇ ਟੰਗ ਦਿਓ। ਹੈ ਘਰ ਜਗਤ ਬਹੁ ਹੋਆ, ਜਦੋਂ ਸਿਆਣੇ ਸੂਝਵਾਨ ਰਾਏ ਭੋਏ ਨੂੰ ਵੀ ਮਾਰ ਦਿੱਤਾ, ਉਸ ਵੇਲੇ ਦਿੱਲੀ ਦੇ ਵਿੱਚ ਹਾਹਾਕਾਰ ਮਚ ਗਈ। ਸਾਰੇ ਪਾਸੇ ਤਰਾਹੇ ਤਰਾਹੇ ਹੋਣ ਲੱਗੀ, ਹਾਹਾਕਾਰ ਮਚਣ ਲੱਗੀ। ਦੋਹਰਾ ਤਬ ਦੌਲਤ ਕੀ ਬਾਤ ਸੁਨ ਬਾਬਰ ਭਇਓ ਤਿਆਰ। ਜਦੋਂ ਸਭ ਕੁਝ ਦੌਲਤ ਖਾਨ ਨੇ ਦੱਸ ਦਿੱਤਾ ਵੀ ਆਹ ਕੁਝ ਹੋ ਰਿਹਾ ਹਿੰਦੁਸਤਾਨ ਦੀ ਧਰਤੀ ਤੇ, ਉੱਥੇ ਰਾਜ ਪ੍ਰਬੰਧ ਨਹੀਂ ਚੱਲ ਰਿਹਾ, ਤੇ ਬਾਬਰ ਨੇ ਤੁਰੰਤ ਹੀ ਤਿਆਰੀ ਕਰ ਲਈ ਕਿ ਮੇਰਾ ਦੁਸ਼ਮਣ ਕਮਜ਼ੋਰ ਹੈ। ਜਦੋਂ ਦੁਸ਼ਮਣ ਕਮਜ਼ੋਰ ਹੋਵੇ ਤੇ ਲੋਹਾ ਗਰਮ ਹੋਵੇ, ਉਸ ਵੇਲੇ ਹਥੌੜਾ ਮਾਰਨਾ ਚਾਹੀਦਾ। ਕਹਿੰਦਾ ਹੁਣ ਦੁਸ਼ਮਣ ਕਮਜ਼ੋਰ ਹੈ ਦਿੱਲੀ ਦੇ ਵਿੱਚ, ਹੁਣ ਮੈਂ ਜ਼ਰੂਰ ਹਿੰਦੁਸਤਾਨ ਦੇ ਉੱਪਰ ਚੜ੍ਹਾਈ ਕਰਾਂਗਾ। ਵਜ਼ੀਰ ਸਰੋਕਿਓ ਫਿਰ ਉਸੈ ਕਰ ਕਹਿ ਇਹ ਵਿਚਾਰ। ਤੇ ਜਿਹੜਾ ਉਹਦਾ ਵਜ਼ੀਰ ਸੀ ਬਾਬਰ ਦਾ, ਉਸਨੇ ਰੋਕ ਲਿਆ ਕਿ ਬਾਦਸ਼ਾਹ ਸਲਾਮਤ ਥੋੜਾ ਜਿਹਾ ਰੁਕੋ, ਮੇਰੀ ਗੱਲ ਵਿਚਾਰੋ, ਮੈਂ ਕੋਈ ਬੇਨਤੀ ਕਰਨੀ ਚਾਹੁੰਦਾ ਹਾਂ। ਚੌਪਈ ਹਿੰਦੁਸਤਾਨ ਹੈ ਪੀਰਨ ਪੂਰੋ। ਤੇ ਉਸਨੇ ਗੱਲ ਆਖੀ ਉਹਦੇ ਵਜ਼ੀਰ ਨੇ, ਬਾਬਰ ਦੇ ਵਜ਼ੀਰ ਨੇ, ਕਹਿੰਦੇ ਹਿੰਦੁਸਤਾਨ ਦੇ ਵਿੱਚ ਮੈਂ ਸੁਣਿਆ ਉੱਥੇ ਬਹੁਤ ਪੀਰ ਔਲੀਏ ਅਵਤਾਰ ਰਹਿੰਦੇ ਨੇ, ਬੜੇ ਕਰਾਮਾਤੀ ਪੀਰ ਉੱਥੇ ਰਹਿੰਦੇ ਹਨ ਹਿੰਦੁਸਤਾਨ ਦੀ ਧਰਤੀ ਤੇ। ਕਰੈ ਮਦਦ ਵੈ ਸ਼ਾਹ ਜ਼ਰੂਰੋ, ਤੇ ਉਹ ਜ਼ਰੂਰ ਬਾਦਸ਼ਾਹ ਦੀ ਮਦਦ ਕਰਨਗੇ। ਜਿਹੜੇ ਹਿੰਦੁਸਤਾਨ ਉਹ ਪੀਰਾਂ ਦੀ ਧਰਤੀ ਹੈ, ਬੜੇ ਸਾਧੂ ਪੁਰਸ਼ ਉੱਥੇ ਰਹਿੰਦੇ ਨੇ, ਤੇ ਜੇ ਆਪਾਂ ਹਮਲਾ ਕਰਾਂਗੇ ਤਾਂ ਜਿੰਨੇ ਉੱਥੋਂ ਦੇ ਸਾਧੂ ਪੀਰ ਨੇ ਉਹ ਸਾਰੇ ਆਪਣੇ ਬਾਦਸ਼ਾਹ ਦੀ ਮਦਦ ਕਰਨਗੇ। ਤੇ ਮਹਾਰਾਜ ਵੀ ਆਪਣੀ ਬਾਣੀ ਵਿੱਚ ਲਿਖਦੇ, ਗੁਰੂ ਨਾਨਕ ਪਾਤਸ਼ਾਹ ਮਹਾਰਾਜ, ਕਿ ਜਦੋਂ ਬਾਬਰ ਚੜ੍ਹ ਕੇ ਆ ਰਿਹਾ ਹਿੰਦੁਸਤਾਨ ਵੱਲ, ਤੇ ਉਸ ਵੇਲੇ ਇਬਰਾਹਿਮ ਲੋਧੀ ਨੇ, ਬੈਰਮ ਖਾਂ ਨੇ, ਜਿੰਨੇ ਸਾਧੂ ਸੰਤ ਸਨ, ਸਾਰਿਆਂ ਨੂੰ ਮੂਹਰੇ ਲਾ ਲਿਆ ਵੀ ਆਪਣੀਆਂ ਕਲਾਮਾਂ ਪੜ੍ਹੋ, ਸੈਫੀਆਂ ਮਾਰੋ, ਮੰਤਰ ਮਾਰੋ, ਫੂਕਾਂ ਮਾਰੋ। ਤੇ ਉਹ ਸਾਰੇ ਕਹਿੰਦੇ ਬਾਦਸ਼ਾਹ ਜੀ ਨਿਸ਼ਚਿੰਤ ਰਹੋ, ਇਹ ਜਦੋਂ ਬਾਬਰ ਚੜ੍ਹ ਕੇ ਆਵੇਗਾ ਅਸੀਂ ਮੰਤਰ ਮਾਰਾਂਗੇ, ਉਹਦੇ ਸੈਨਿਕਾਂ ਦੀਆਂ ਅੱਖਾਂ ਅੰਨੀਆਂ ਕਰ ਦਿਆਂਗੇ, ਅੰਨੀਆਂ ਕਰ ਦਿਆਂਗੇ ਉਹਦੀਆਂ ਅੱਖਾਂ। ਤੇ ਮਹਾਰਾਜ ਬਾਣੀ ਵਿੱਚ ਲਿਖਦੇ ਨੇ, ਕੋਈ ਮੁਗਲ ਨਾ ਹੋਆ ਅੰਧਾ ਕਿਨੈ ਨਾ ਪਰਚਾ ਲਾਇਆ। ਇਧਰੋਂ ਇਹ ਮੰਤਰ ਮਾਰਦੇ ਰਹੇ ਤੇ ਉਧਰੋਂ ਬਾਬਰ ਚੜ੍ਹ ਕੇ ਆ ਰਿਹਾ, ਕੋਈ ਵੀ ਅੰਨਾ ਨਾ ਹੋਇਆ, ਕਿਸੇ ਦੀ ਤੇਗ ਨਾ ਰੁਕੀ, ਤੇ ਆ ਕੇ ਬਾਬਰ ਦੇ ਸਿਪਾਹੀਆਂ ਨੇ ਇਹਨਾਂ ਨੂੰ ਆ ਕੇ ਧੌਣ ਤੋਂ ਫੜ ਲਿਆ। ਪਰ ਉਹ ਵਜ਼ੀਰ ਜਾਣਦਾ ਸੀ ਕਿ ਹਿੰਦੁਸਤਾਨ ਦੇ ਵਿੱਚ ਬੜੇ ਕਰਾਮਾਤੀ ਪੀਰ ਰਹਿੰਦੇ ਹਨ, ਤੇ ਉਹ ਜਿਹੜੇ ਕਲਮਾ ਪੜ੍ਹ ਪੜ੍ਹ ਕੇ, ਸੈਫੀਆਂ ਮਾਰ ਮਾਰ ਕੇ ਸ਼ਸਤਰ ਰੋਕ ਦਿੰਦੇ ਨੇ। ਇਤਿਹਾਸ ਦੇ ਵਿੱਚ ਵੀ ਜ਼ਿਕਰ ਆਉਂਦਾ ਸਾਧ ਸੰਗਤ ਕਿ ਜਿਹੜੇ ਇਹ ਆਪਣੀਆਂ ਕਲਾਮਾਂ ਪੜ੍ਹ ਕੇ ਨਾ ਸਿੰਘਾਂ ਦੇ ਸ਼ਸਤਰ ਰੋਕ ਦਿੰਦੇ ਸਨ, ਸਿੰਘਾਂ ਦੀਆਂ ਤਲਵਾਰਾਂ ਉੱਥੇ ਹੀ ਜਾਮ ਹੋ ਜਾਂਦੀਆਂ ਸੀ। ਤੇ ਫਿਰ ਸਿੰਘਾਂ ਨੇ ਆਪਣੇ ਸ਼ਸਤਰਾਂ ਦੇ ਵਿੱਚ ਜੰਗਲੀ ਸੂਰ ਦੇ ਦੰਦ, ਹੱਡੀਆਂ ਉਹ ਘਸਾ ਕੇ ਪਾਣੀਆਂ ਸ਼ੁਰੂ ਕਰ ਦਿੱਤੀਆਂ, ਜਿਹਨੂੰ ਦੁੱਪੜ ਆਖਦੇ।
ਤੇ ਫਿਰ ਕਿਉਂਕਿ ਇਹਨਾਂ ਨੂੰ ਸੂਰਜ ਦੀ ਆਣ ਹੁੰਦੀ ਆ ਤੇ ਇਹਨਾਂ ਦੀਆਂ ਕਲਾਮਾਂ ਅਸਰ ਨਹੀਂ ਸੀ ਕਰਦੀਆਂ, ਇਸ ਕਰਕੇ ਤੇ ਉਹ ਵਜ਼ੀਰ ਜਾਣਦਾ ਕਿ ਹਿੰਦੁਸਤਾਨ ਦੀ ਧਰਤੀ ਦੇ ਬੜੇ ਕਾਮਲ ਫਕੀਰ ਪੀਰ ਰਹਿੰਦੇ, ਸਾਧੂ ਰਹਿੰਦੇ, ਜਿਹੜੇ ਬੜੇ ਕਰਾਮਾਤੀ ਹਨ। ਸੋ ਹਮ ਤੈ ਕਬ ਜੀਤਿਓ ਜਾਏ। ਤੇ ਜਦੋਂ ਤੱਕ ਉਹ ਉੱਥੇ ਹਨ ਪੀਰ, ਉਦੋਂ ਤੱਕ ਅਸੀਂ ਹਿੰਦੁਸਤਾਨ ਤੇ ਕਬਜ਼ਾ ਨਹੀਂ ਕਰ ਸਕਦੇ, ਅਸੀਂ ਮੁਕੰਮਲ ਰਾਜ ਨਹੀਂ ਕਰ ਸਕਦੇ। ਕਰਾਂ ਪੀਰ ਜਿਹੇ ਆਪ ਸਹਾਏ। ਹਾਂ, ਇੱਕ ਕੰਮ ਹੋ ਸਕਦਾ, ਜੇ ਉੱਥੋਂ ਦੇ ਪੀਰ ਹਿੰਦੁਸਤਾਨ ਦੇ ਜੇ ਸਾਡੀ ਸਹਾਇਤਾ ਕਰਨ ਨੂੰ ਮੰਨ ਜਾਣ, ਜੇ ਉੱਥੋਂ ਦੇ ਪੀਰ ਸਾਡੇ ਵੱਲ ਹੋ ਜਾਣ। ਹਿੰਦੂ ਪੀਰ ਇੱਕ ਹਿੰਦ ਮੈਂ ਭਇਓ। ਮੈਂ ਇੱਥੋਂ ਤੱਕ ਸੁਣਿਆ ਕਿ ਉੱਥੇ ਇੱਕ ਹਿੰਦੂਆਂ ਦਾ ਪੀਰ ਹੈ ਜਿਨ੍ਹਾਂ ਨੂੰ ਲੋਕੀ ਨਾਨਕ ਪੀਰ ਆਖਦੇ ਹਨ। ਮੈਂ ਉੱਥੇ ਸੁਣਿਆ ਬਾਦਸ਼ਾਹ, ਮੈਂ ਬਕਾਇਦਾ ਮੈਂ ਵੇਖਿਆ ਵੀ, ਮੈਂ ਇੱਕ ਅੱਧੀ ਵਾਰ ਦਰਸ਼ਨ ਵੀ ਕੀਤੇ ਉਹਨਾਂ ਦੇ। ਵਜ਼ੀਰ ਆਖਦਾ, ਕਹਿੰਦੇ ਮੈਂ ਸੁਣਿਆ ਹਿੰਦੁਸਤਾਨ ਦੀ ਧਰਤੀ ਤੇ ਇੱਕ ਨਾਨਕ ਪੀਰ ਰਹਿੰਦੇ ਹਨ। ਸਭ ਪੀਰਨ ਕੀ ਪੀਰੀ ਲੈ ਗਇਓ। ਤੇ ਉਹਨਾਂ ਨੇ ਸਾਰੇ ਪੀਰਾਂ ਦੀ ਪੀਰੀ ਖੋਹ ਲਈ। ਉਹ ਸਾਰੇ ਪੀਰਾਂ ਤੋਂ ਸ੍ਰੇਸ਼ਟ ਵੱਡੇ ਪੀਰ ਹਨ, ਜਾਹਰ ਪੀਰ ਜਗਤ ਗੁਰ ਬਾਬਾ ਹਨ। ਉਸ ਸੋ ਪੂਰੋ ਕੋਈ ਨਾ ਭਇਓ। ਉਹਨਾਂ ਦੇ ਬਰਾਬਰ ਹਿੰਦੁਸਤਾਨ ਦੇ ਵਿੱਚ ਕੋਈ ਨਹੀਂ। ਉਹਨਾਂ ਜਿੰਨਾ ਸਮਰੱਥ, ਉਹਨਾਂ ਜਿੰਨਾ ਅਜਮਤਵਾਨ ਹੋਰ ਕੋਈ ਨਹੀਂ। ਜੋ ਅੜਿਓ ਸੋਈ ਹਰ ਗਇਓ। ਤੇ ਜਿਹੜਾ ਵੀ ਉਹਨਾਂ ਦੇ ਅੱਗੇ ਅੜਿਆ ਅੱਜ ਤੱਕ ਉਸ ਨੂੰ ਮੂੰਹ ਦੀ ਖਾਣੀ ਪਈ, ਉਹ ਹਾਰ ਕੇ ਹੀ ਗਿਆ। ਚਾਹੇ ਸਿੱਧ ਪੁਰਸ਼ ਆਏ, ਉਹ ਵੀ ਹਾਰ ਖਾ ਕੇ ਗਏ। ਤੇ ਕਹਿੰਦੇ ਉਹਨਾਂ ਦੇ ਸਾਹਮਣੇ ਕੋਈ ਨਹੀਂ ਟਿਕ ਸਕਿਆ। ਹਿੰਦੂ ਔਰ ਮੁਸਲਮਾਨ ਉਹਨਾਂ ਨੂੰ ਦੋਹੋਂ ਪੂਜਦੇ ਹਨ, ਹਿੰਦੂ ਵੀ ਪੂਜਦੇ ਨੇ, ਮੁਸਲਮਾਨ ਵੀ ਪੂਜਦੇ ਹਨ। ਹਿੰਦੂਆਂ ਦੇ ਉਹ ਬਾਬਾ ਹਨ, ਸਿੱਖਾਂ ਦੇ ਉਹ ਗੁਰੂ ਹਨ, ਤੇ ਮੁਸਲਮਾਨਾਂ ਦੇ ਉਹ ਪੀਰ ਹਨ। ਉਨ ਦੋਨੋਂ ਲਈ ਇੱਕ ਸਜਾਨ। ਤੇ ਉਹਨਾਂ ਦੋਹਾਂ ਨੇ, ਹਿੰਦੂਆਂ ਤੇ ਮੁਸਲਮਾਨਾਂ ਨੇ ਉਹਨਾਂ ਨੂੰ ਇੱਕ ਕਰਕੇ ਜਾਣਿਆ। ਤੇ ਗੁਰੂ ਨਾਨਕ ਮਹਾਰਾਜ ਨੇ ਵੀ ਦੋਹਾਂ ਦੇ ਵਿੱਚ ਕੋਈ ਭੇਦ ਨਹੀਂ ਦੱਸਿਆ। ਉਸ ਕੀ ਸੇਵਾ ਦੋਨੋਂ ਕਰੇ। ਤੇ ਹਿੰਦੂ ਵੀ ਉਹਨਾਂ ਦੀ ਸੇਵਾ ਕਰਦੇ ਨੇ ਤੇ ਮੁਸਲਮਾਨ ਵੀ ਆ ਕੇ ਮੱਥਾ ਟੇਕਦੇ ਨੇ, ਉਹ ਵੀ ਚਰਨਾਂ ਤੇ ਆ ਕੇ ਨਮਸਕਾਰ ਕਰਦੇ ਨੇ। ਹਿੰਦੂ ਉਹਨਾਂ ਨੂੰ ਬਾਬਾ ਨਾਨਕ ਆਖਦੇ ਤੇ ਮੁਸਲਮਾਨ ਉਹਨਾਂ ਨੂੰ ਨਾਨਕ ਪੀਰ ਜੀ ਆਖਦੇ ਹਨ। ਲੈਨ ਮੁਰਾਦਾਂ ਦੋਨੋਂ ਕਰੇ। ਤੇ ਦੋਹੋਂ ਆ ਕੇ ਮੁਰਾਦਾਂ ਲੈਂਦੇ ਨੇ ਮਹਾਰਾਜ ਕੋਲੋਂ, ਗੁਰੂ ਨਾਨਕ ਪਾਤਸ਼ਾਹ ਮਹਾਰਾਜ ਕੋਲੋਂ ਆਪਣੇ ਬਸਤਰਾਂ ਅੱਡ ਅੱਡ ਕੇ, ਆਪਣੇ ਝੋਲੀਆਂ ਅੱਡ ਅੱਡ ਕੇ ਮੰਗਦੇ ਹਨ। ਕਰਾਮਾਤ ਮੈਂ ਹੈ ਵੱਡ ਪੂਰਾ। ਤੇ ਮੈਂ ਸੁਣਿਆ ਬਾਦਸ਼ਾਹ ਜੀ ਕਿ ਉਹ ਕਰਾਮਾਤਾਂ ਦੇ ਵਿੱਚ ਪੂਰੇ ਹਨ। ਸਮਸਤ ਕਲਾਵਾਂ ਉਹਨਾਂ ਦੇ ਖੱਬੇ ਹੱਥ ਦੀ ਤਲੀ ਦੇ ਉੱਪਰ ਹਨ। ਜਨ ਖੁਦਾਏ ਦੇ ਰਹਿ ਹਜੂਰਾ। ਇੱਥੋਂ ਤੱਕ ਵੀ ਮੈਂ ਸੁਣਿਆ ਕਿ ਖੁਦਾਵੰਦ ਕਰੀਮ ਨੇ ਉਹਨਾਂ ਨੂੰ ਆਪ ਖੁਦਾਈ ਦਿੱਤੀ ਹੈ, ਉਹ ਆਪ ਖੁਦਾ ਦਾ ਸਰੂਪ ਹਨ। ਹਮਨੇ ਉਸ ਕੀ ਬਾਤ ਪ੍ਰਤਾਈ। ਤੇ ਇਹ ਗੱਲ ਮੈਂ ਪ੍ਰਤਿਆ ਕੇ ਵੇਖੀ ਹੈ, ਇਹ ਆਪ ਮੈਂ ਦਰਸ਼ਨ ਕੀਤੇ ਸਨ ਉਹਨਾਂ ਦੇ ਇੱਕ ਵਾਰ ਹਿੰਦੁਸਤਾਨ ਜਾ ਕੇ। ਇਹ ਗੱਲ ਮੈਂ ਪ੍ਰਤਿਆ ਕੇ ਆਪ ਵੇਖੀ ਹੈ। ਜੋ ਉਨ ਕਹੀ ਸੋ ਸਾਚੀ ਭਾਈ। ਜੋ ਜੋ ਕੁਝ ਬੋਲਦੇ ਹਨ ਉਹ ਸਭ ਕੁਝ ਸੱਚ ਹੋ ਜਾਂਦਾ ਹੈ। ਨਾਨਕ ਦਾਸ ਮੁਖ ਤੇਜੋ ਬੋਲੇ, ਇਹਾਂ ਉਹਾਂ ਸੱਚ ਹੋਵੇ। ਜੋ ਕੁਝ ਉਹ ਬੋਲਦੇ ਹਨ ਉਹ ਸਭ ਕੁਝ ਸੱਚ ਹੋ ਜਾਂਦਾ ਹੈ। ਸਤਿ ਸ੍ਰੀ ਅਕਾਲ। ਦੋਹਰਾ ਜੇ ਚਾਹੋ ਤੁਮ ਹਿੰਦ ਲਈ ਤੋ ਉਸ ਪ੍ਰਵਾਨਗੀ ਲੈ ਹੋ। हे ਬਾਦਸ਼ਾਹ ਸਲਾਮਤ ਬਾਬਰ ਜੀ, ਜੇ ਤੁਸੀਂ ਹਿੰਦੁਸਤਾਨ ਨੂੰ ਜਿੱਤਣਾ ਚਾਹੁੰਦੇ ਹੋ ਤਾਂ ਪਹਿਲਾਂ ਨਾਨਕ ਪੀਰ ਜੀ ਦੀ ਪ੍ਰਵਾਨਗੀ ਲੈ ਲਓ। ਪਹਿਲਾਂ ਹਿੰਦੁਸਤਾਨ ਵਿੱਚ ਵੜਨ ਤੋਂ ਪਹਿਲਾਂ ਤੁਸੀਂ ਉਹਨਾਂ ਦੀ ਪ੍ਰਵਾਨਗੀ ਆਗਿਆ ਲੈ ਲਿਓ। ਬਿਨ ਪ੍ਰਵਾਨਗੀ ਉਸੈ ਤੇ ਆਗੇ ਪੈਰ ਨਾ ਦੇਹੋ। ਉਹਨਾਂ ਦੀ ਪ੍ਰਵਾਨਗੀ ਤੋਂ ਬਿਨਾ, ਆਗਿਆ ਤੋਂ ਬਿਨਾ, ਉਹਨਾਂ ਨੂੰ ਮਿਲਣ ਤੋਂ ਬਿਨਾ ਹਿੰਦੁਸਤਾਨ ਵਿੱਚ ਕਦਮ ਨਹੀਂ ਰੱਖਣਾ ਚਾਹੀਦਾ ਆਪਾਂ ਨੂੰ। ਕੀ ਪਤਾ ਉਹਨਾਂ ਦੀ ਆਗਿਆ ਨਾ ਹੋਵੇ, ਕੀ ਪਤਾ ਫਿਰ ਸਾਧੂ ਦਾ ਉਹ ਖੋਟੀ ਨਜ਼ਰ ਸਾਡੇ ਵੱਲ ਪੈ ਜਾਵੇ, ਦ੍ਰਿਸ਼ਟੀ ਸਾਡੇ ਵੱਲ ਕਰੂਰ ਹੋ ਜਾਵੇ। ਇਸ ਕਰਕੇ ਉਹਨਾਂ ਦੀ ਖੁਸ਼ੀ ਲੈਣੀ ਚਾਹੀਦੀ ਹੈ। ਚੌਪਈ ਤਬ ਦੌਲਤ ਸੁਨ ਬੋਲਤ ਭਇਓ। ਤੇ ਦੌਲਤ ਖਾਨ ਨੇ ਹਜੇ ਦੱਸਿਆ ਨਹੀਂ ਸੀ ਕਿ ਮੈਂ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਕੋਲੋਂ ਆ ਰਿਹਾ। ਦੌਲਤ ਖਾਨ ਨੇ ਹਜੇ ਕੋਈ ਗੱਲ ਨਹੀਂ ਕੀਤੀ। ਬਾਬਾ ਦਾ ਵਜ਼ੀਰ ਦੱਸ ਰਿਹਾ ਹਜੇ
ਜੀ ਹਿੰਦੁਸਤਾਨ ਦੇ ਵਿੱਚ ਨਾਨਕ ਪੀਰ ਰਹਿੰਦੇ ਨੇ, ਕਰਾਮਾਤੀ ਨੇ। ਤੇ ਹੁਣ ਦੌਲਤ ਖਾਂ ਪਠਾਨ ਉਹ ਬੋਲਿਆ, ਕਹਿਣ ਲੱਗਾ, ਹਮਨੇ ਵਹ ਪੀਰ ਕਰ ਲਿਓ। ਉਹ ਕਹਿਣ ਲੱਗੇ, ਬਾਦਸ਼ਾਹ ਬਾਬਰ ਜੀ, ਜਿਹੜੇ ਪੀਰ ਦੀ ਆ ਗੱਲ ਕਰਦਾ ਤੁਹਾਡਾ ਵਜ਼ੀਰ, ਮੈਂ ਪਹਿਲਾਂ ਹੀ ਉਹਨਾਂ ਤੋਂ ਪ੍ਰਵਾਨਗੀ ਲੈ ਕੇ ਆਇਆ। ਮੈਂ ਉਹਨਾਂ ਦੇ ਕੋਲੋਂ ਹੀ ਆ ਰਿਹਾ, ਮੈਂ ਪਹਿਲਾਂ ਹੀ ਉਹਨਾਂ ਤੋਂ ਪ੍ਰਵਾਨਗੀ ਲੈ ਕਰਕੇ ਆ ਰਿਹਾ ਹਾਂ। ਸਤਿ ਸ੍ਰੀ ਅਕਾਲ। ਉਸ ਪ੍ਰਵਾਨਗੀ ਤੇ ਹਮ ਆਏ। ਬਾਦਸ਼ਾਹ ਬਾਬਰ, ਮੈਂ ਉਹਨਾਂ ਦੇ ਪ੍ਰਵਾਨਗੀ ਦੇ ਨਾਲ ਹੀ ਆਇਆ, ਉਹਨਾਂ ਦੀ ਆਗਿਆ ਲੈ ਕਰਕੇ ਹੀ ਮੈਂ ਇੱਥੇ ਈਰਾਨ ਦੇ ਵਿੱਚ ਆਇਆ ਹਾਂ। ਤੁਮ ਵੀ ਪ੍ਰਵਾਨਗੀ ਉਸ ਕੀ ਚਾਹੇ। ਤੇ ਤੁਸੀਂ ਵੀ ਪ੍ਰਵਾਨਗੀ ਚਾਹੁੰਦੇ ਹੋ, ਜੋ ਤੁਹਾਡਾ ਵਜ਼ੀਰ ਗੱਲ ਕਰਦਾ, ਤੁਸੀਂ ਵੀ ਸਾਡੇ ਗੁਰੂ ਦੀ ਪ੍ਰਵਾਨਗੀ ਚਾਹੁੰਦੇ ਹੋ। ਹਮ ਆਏ ਉਸ ਬਚਨ ਕਰਾਏ। ਮੈਂ ਮਹਾਰਾਜ ਨਾਲ ਬਚਨ ਕੋਲ ਇਕਰਾਰ ਕਰਕੇ ਆਇਆ ਹਾਂ। ਪਠਾਨਨ ਸ਼ਾਹੀ ਮੈਂ ਆਇਓ ਗਵਾਏ। ਇਹ ਕਹਿ ਕੇ ਆਇਆ ਮਹਾਰਾਜ ਨੂੰ, ਮਹਾਰਾਜ ਇਹਨਾਂ ਪਠਾਣਾ ਤੋਂ ਪਾਤਸ਼ਾਹੀਆਂ ਖੋਹ ਲਵੋ, ਇਹਨਾਂ ਲੋਧੀਆਂ ਕੋਲੋਂ, ਪਠਾਣਾ ਕੋਲੋਂ ਦਿੱਲੀ ਦੀ ਹਕੂਮਤ ਖੋਹ ਲਵੋ। ਮੈਂ ਆਇਓ ਮੁਗਲਨ ਬਖਸ਼ਾਏ। ਮੈਂ ਪਹਿਲਾਂ ਹੀ ਮੁਗਲਾਂ ਤੋਂ ਬਖਸ਼ਾ ਕੇ ਆਇਆ, ਮੁਗਲਾਂ ਨੂੰ ਪਹਿਲਾਂ ਹੀ ਪਾਤਸ਼ਾਹੀਆਂ ਇਹ ਲਖਵਾ ਕਰਕੇ ਲਿਆਇਆ ਹਾਂ। ਤਬ ਪਰਿਓ ਥੋ ਕਾਬਲ ਰਾਹੇ। ਤੇ ਉਸ ਤੋਂ ਬਾਅਦ ਹੀ ਮੈਂ ਕਾਬਲ ਦੇ ਰਸਤੇ ਪਿਆ। ਪਹਿਲਾਂ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਤੋਂ ਮੈਂ ਆਗਿਆ ਲਈ ਹੈ, ਦੱਸਿਆ ਮੈਂ ਮਹਾਰਾਜ ਨੂੰ ਕਿ ਮਹਾਰਾਜ ਪਠਾਣਾ ਤੋਂ ਬਾਦਸ਼ਾਹੀਆਂ ਖੋ ਕੇ ਮੁਗਲਾਂ ਨੂੰ ਦੇ ਦਿਓ। ਤੇ ਮਹਾਰਾਜ ਜੀ ਨੇ ਆਖ ਦਿੱਤਾ, ਚੰਗਾ ਭਲਾ। ਤੇ ਇਸੇ ਕਰਕੇ ਮੈਂ ਹੁਣ ਕਾਬਲ ਦੇ ਰਸਤੇ ਮੈਂ ਆਇਆ ਹਾਂ। ਕੋ ਬਾਬਰ ਮੁਖ ਬਚਨ ਉਚਾਰੋ। ਤੇ ਬਾਬਰ, ਇਹ ਰਾਜੇ ਜਿਹੜੇ ਹੁੰਦੇ ਹੰਕਾਰੀ ਹੁੰਦੇ ਨੇ ਥੋੜੇ ਜਿਹੇ, ਤੇ ਬਾਬਰ ਉਸ ਵੇਲੇ ਬੋਲਿਆ, ਕਹਿਣ ਲੱਗਾ, ਉਹ ਕਿਆ ਸ਼ਾਹੀ ਦੇਵਨ ਵਾਰੋ। ਕਹਿਣ ਲੱਗਾ, ਹਿੰਦੁਸਤਾਨ ਦਾ ਛੋਟਾ ਜਿਹਾ ਪੀਰ ਇਹ ਮੈਨੂੰ ਕੀ ਬਾਦਸ਼ਾਹੀਆਂ ਦੇਵੇਗਾ। ਬਾਬਰ ਬੋਲਿਆ, ਕਹਿੰਦਾ ਹਿੰਦੁਸਤਾਨ ਦਾ ਛੋਟਾ ਜਿਹਾ ਪੀਰ, ਜੇ ਕਰਾਮਾਤਾਂ ਵੀ ਹੋਈਆਂ ਕਿੰਨੀਆਂ ਕੁ ਹੋਣਗੀਆਂ, ਤੇ ਉਹ ਮੈਨੂੰ ਹਿੰਦੁਸਤਾਨ ਦੀ ਪਾਤਸ਼ਾਹੀ ਕਿੱਥੋਂ ਦੇਣਗੇ। ਸ਼ਾਹੀ ਦੇਵੈ ਹਮ ਹੈ ਰਸੂਲ। ਸਾਨੂੰ ਤਾਂ ਪਾਤਸ਼ਾਹੀਆਂ ਜੇ ਦੇਣੀਆਂ ਸਾਡਾ ਖੁਦਾਵੰਦ ਦੇਵੇਗਾ ਜਾਂ ਸਾਡੇ ਰਸੂਲ ਜੀ ਦੇਣਗੇ। ਦਰਗਹ ਜਾਂਕੀ ਬਖਸ਼ ਕਬੂਲ। ਜਿਨ੍ਹਾਂ ਦੀ ਦਰਗਾਹ ਦੇ ਵਿੱਚ ਕਬੂਲ ਹੁੰਦੀ ਹੈ ਬਖਸ਼ੀ ਹੋਈ, ਦਰਗਾਹ ਦੇ ਵਿੱਚੋਂ ਮੁਹੰਮਦ ਸਾਹਿਬ ਦਾ ਕਿਹਾ ਬੋਲ ਉਹ ਕਬੂਲ ਹੁੰਦਾ ਹੈ। ਰਸੂਲ ਹਮਾਰੋ ਸ਼ਰੀਕ ਖੁਦਾਏ। ਸਾਡੇ ਜਿਹੜੇ ਰਸੂਲ ਹਨ ਮੁਹੰਮਦ ਸਾਹਿਬ, ਉਹ ਤਾਂ ਖੁਦਾ ਦੇ ਸ਼ਰੀਕ ਨੇ, ਖੁਦਾ ਦੇ ਬਰਾਬਰ ਹਨ। ਜੋ ਚਾਹੋ ਸੋ ਲੈ ਕਰਾਏ। ਮੈਂ ਜੋ ਕੁਝ ਚਾਹਾਂ ਉਹਨਾਂ ਨੂੰ ਬੇਨਤੀ ਕਰਕੇ ਮੈਂ ਲੈ ਸਕਦਾ ਹਾਂ। ਅਬ ਹਮ ਉਸ ਕੋ ਦੇਖੋ ਜਾਏ। ਚਲੋ ਫੇਰ ਵੀ ਜੇ ਦੌਲਤ ਖਾਂ ਤੂੰ ਗੱਲ ਕਰਦਾ, ਤੇ ਮੇਰਾ ਵਜ਼ੀਰ ਵੀ ਜਿਹੜਾ ਮੈਨੂੰ ਆ ਸਲਾਹ ਦੇ ਰਿਹਾ, ਤੁਹਾਡੀ ਗੱਲਾਂ ਤੇ ਗੌਰ ਕਰਦਾ ਹੋਇਆ, ਮੈਂ ਫੇਰ ਵੀ ਨਾਨਕ ਪੀਰ ਜੀ ਨੂੰ ਮਿਲਾਂਗਾ, ਮੈਂ ਉਹਨਾਂ ਨੂੰ ਮਿਲਾਂਗਾ, ਤਿਆਰ ਹਾਂ। ਕਛ ਮਨ ਹਮ ਵੈ ਦੇ ਪਤਿਆਏ। ਮੈਂ ਵੀ ਤਾਂ ਦੇਖਾਂ, ਤੁਸੀਂ ਤਾਂ ਉਹਨਾਂ ਨੂੰ ਪਤਿਆ ਲਿਆ। ਵਜ਼ੀਰ ਜੀ ਤੁਸੀਂ ਆਖਦੇ ਮੈਂ ਪਤਿਆਇਆ ਹੋਇਆ ਗੁਰੂ ਨਾਨਕ ਨੂੰ, ਪੀਰ ਨੂੰ, ਤੇ ਮੈਂ ਵੀ ਉਹਨਾਂ ਨੂੰ ਪਹਿਲਾਂ ਪਤਿਆ ਕੇ ਵੇਖਾਂਗਾ। ਦੋਹਰਾ ਤਬ ਦੌਲਤ ਖਾਂ ਬੋਲਿਆ, ਵਹ ਹਿੰਦੂ ਦੋਸਤ ਖੁਦਾਏ। ਤੇ ਦੌਲਤ ਖਾਂ ਉਹ ਬੋਲਿਆ, ਜੇ ਤੁਹਾਡਾ ਰਸੂਲ ਮੁਹੰਮਦ ਸਾਹਿਬ ਉਹ ਖੁਦਾ ਦਾ ਸ਼ਰੀਕ ਨੇ, ਸਾਡੇ ਗੁਰੂ ਨਾਨਕ ਤਾਂ ਖੁਦਾ ਦੇ ਮਿੱਤਰ ਹਨ। ਸਾਡੇ ਗੁਰੂ ਨਾਨਕ ਦੇਵ ਜੀ ਮਹਾਰਾਜ ਉਹ ਤਾਂ ਆਪ ਖੁਦਾ ਦਾ ਸਰੂਪ, ਖੁਦਾ ਦੇ ਮਿੱਤਰ ਹਨ। ਚੱਲ ਕਰ ਕਰੋ ਦੀਦਾਰ ਤੁਮ ਦੇਵੈ ਮਨ ਪਤਿਆਏ। ਹਾਂ, ਤੇ ਗੱਲੀ ਬਾਤੀ ਨਹੀਂ ਤੁਹਾਨੂੰ ਪਤਾ ਲੱਗਣਾ, ਕਹਿਬੇ ਕੋ ਸੋਭਾ ਨਹੀਂ ਦੇਖਾ ਹੀ ਪ੍ਰਵਾਨ। ਤੇ ਬਾਦਸ਼ਾਹ ਬਾਬਰ ਜੇ ਵਾਕਈ ਮਿਲਣਾ ਗੁਰੂ ਨਾਨਕ ਨੂੰ, ਤੇ ਆ ਹਿੰਦੁਸਤਾਨ ਦੀ ਧਰਤੀ ਦੇ ਕਦਮ ਰੱਖ ਤੇ ਆਣ ਕੇ ਉਹਨਾਂ ਨੂੰ ਮਿਲੀ। ਚੌਪਈ ਤਬ ਬਾਬਰ ਫਿਰ ਕਹੀ ਉਲਟਾਏ। ਤੇ ਬਾਬਰ ਨੇ ਇਹ ਗੱਲ ਉਲਟਾ ਕੇ ਆਖੀ। ਜਦੋਂ ਦੌਲਤ ਖਾਂ ਨੇ ਆਖਿਆ ਜੀ ਮਿਲੋ ਫਿਰ ਸਾਡੇ ਬਾਬਾ ਜੀ ਨੂੰ, ਗੁਰੂ ਨਾਨਕ ਮਹਾਰਾਜ ਨੂੰ, ਤੇ ਦੌਲਤ ਖਾਂ ਦੀ ਇਹ ਗੱਲ ਸੁਣ ਕੇ ਬਾਬਰ ਬੋਲਿਆ, ਕਹਿਣ ਲੱਗਾ, ਜੋ ਨਹ ਹਿੰਦੂ ਮਨ ਪਤਿਆਏ। ਕਹਿਣ ਲੱਗਾ ਵੀ ਗੱਲ ਸੁਣ ਲੈ ਦੌਲਤ ਖਾਂ, ਜੇ ਮੇਰਾ ਮਨ ਨਾ ਭਤੀਜਿਆ,
ਜੇ ਮੈਨੂੰ ਪਤਾ ਲੱਗਾ ਵੀ ਤੁਹਾਡੇ ਪੀਰ ਵਿੱਚ ਕੋਈ ਕਲਾ ਨਹੀਂ, ਕੋਈ ਅਜਮਤ ਨਹੀਂ, तो उसको हम देह सजाए। ਤਾਂ ਫੇਰ ਮੈਂ ਤੁਹਾਡੇ ਪੀਰ ਨੂੰ ਸਜ਼ਾ ਦਵਾਂਗਾ। ਅਗਲ ਸੋਚ ਲਓ, ਚਲਿਆ ਤਾਂ ਮੈਂ ਜਾਣਾ ਤੁਹਾਡੇ ਕਹਿਣ ਤੇ ਜੇ ਮੇਰਾ ਮਨ ਨਾ ਪਤਿਆਇਆ ਗਿਆ ਮੈਂ ਤੁਹਾਡੇ ਨਾਨਕ ਪੀਰ ਨੂੰ ਸਜ਼ਾ ਦਵਾਂਗਾ। मुसलमान कर देऊ गड़ाए। ਜਾਂ ਮੈਂ ਉਹਨਾਂ ਨੂੰ ਮੁਸਲਮਾਨ ਬਣਾ ਲਵਾਂਗਾ ਜਾਂ ਫਿਰ ਉਹਨਾਂ ਨੂੰ ਧਰਤੀ ਦੇ ਵਿੱਚ ਗੱਡ ਦਵਾਂਗਾ। होए कांचो उस लगे न पाए। ਜੇ ਤਾਂ ਉਹ ਕੱਚੇ ਹੋਏ, ਜੇ ਤਾਂ ਖਾਲੀ ਭਾਂਡੇ ਹੋਏ, ਜੇ ਤਾਂ ਕੱਚੇ ਜੇ ਹੋਏ ਤਾਂ ਫਿਰ ਉਹਨਾਂ ਦੇ ਪੈਰ ਨਹੀਂ ਲੱਗਣੇ। ਮੇਰਾ ਨਾਂ ਸੁਣਦਿਆਂ ਹੀ ਉਹਨਾਂ ਨੇ ਭੱਜ ਜਾਣਾ ਹਿੰਦੁਸਤਾਨ ਦੀ ਧਰਤੀ ਤੋਂ ਵੀ ਬਾਬਰ ਆ ਰਿਹਾ ਚੜ ਕੇ। ਜੇ ਉਹ ਕੱਚੇ ਹੋਏ ਤਾਂ ਉਹ ਚਲੇ ਜਾਣਗੇ। हम तै हिंदू बहु डर पाहे। ਕਿਉਂਕਿ ਸਾਡੇ ਨਾਂ ਤੋਂ ਹੀ ਹਿੰਦੂ ਥਰ-ਥਰ ਕੰਬਦੇ ਨੇ। ਪਹਿਲਾਂ ਵੀ ਆ ਬਾਬਰ ਨੇ 2-3 ਹਮਲੇ ਕਰ ਚੁੱਕਾ ਸੀ ਹਿੰਦੁਸਤਾਨ ਦੀ ਧਰਤੀ ਤੇ। ਕਹਿੰਦਾ ਮੇਰੇ ਨਾਂ ਤੋਂ ਹਿੰਦੂ ਥਰ-ਥਰ ਕੰਬਦੇ, ਹਿੰਦੁਸਤਾਨ ਦੀ ਜਨਤਾ ਉਹ ਡਰਦੀ ਹੈ, ਕੰਬਦੀ ਹੈ। जरूर जरूर ही वह नट जाए। ਇਹ ਗੱਲ ਵੀ ਮੈਨੂੰ ਪਤਾ ਵੀ ਤੁਹਾਡਾ ਬਾਬਾ ਨਾਨਕ, ਤੁਹਾਡਾ ਨਾਨਕ ਪੀਰ, ਉਹ ਵੀ ਮੇਰਾ ਨਾਂ ਸੁਣ ਕੇ ਭੱਜ ਜਾਣਗੇ। ऊपर पहाड़ जाओ लुकाए। ਪਹਾੜਾਂ ਦੀਆਂ ਕੰਧਰਾਂ ਵਿੱਚ ਜਾ ਕੇ ਕਿਤੇ ਲੁਕ ਜਾਣਗੇ। जो पक्को होए रहे अचल। ਇਹ ਤਾਂ ਪੱਕੇ ਹੋਏ, ਜੇ ਤਾਂ ਅਚਲ ਹੋਏ ਤਾਂ ਫਿਰ ਟਿਕੇ ਰਹਿਣਗੇ। जो कच्चो होए जाऊ चल। ਤੇ ਜੇ ਤਾਂ ਕੱਚੇ ਹੋਏ, ਜੇ ਆਮ ਪੀਰਾਂ ਵਰਗੇ ਹੋਏ ਫਿਰ ਇਥੋਂ ਪੱਤਰੇ ਵਾਚ ਜਾਣਗੇ। लेह देख हम पक्को कच्चो। ਮੈਂ ਇਹ ਪਤਿਆ ਕੇ ਵੇਖਾਂਗਾ ਵੀ ਗੁਰੂ ਨਾਨਕ ਜੀ ਪੱਕੇ ਨੇ ਜਾਂ ਕੱਚੇ ਨੇ। ਇਹ ਮੈਂ ਪਤਿਆ ਕੇ ਵੇਖਾਂਗਾ। आहे झूठ कह आहे सो सच्चो। ਆ ਜਿਹੜੀਆਂ ਗੱਲਾਂ ਤੁਸੀਂ ਮੈਨੂੰ ਕਰਦੇ ਹੋ ਵਜ਼ੀਰ ਸਾਹਿਬ ਜੀ, ਦੌਲਤ ਖਾਂ, ਜਿਹੜੀਆਂ ਗੱਲਾਂ ਤੁਸੀਂ ਕਰਦੇ ਹੋ ਮੈਂ ਵੇਖਾਂਗਾ ਇਹ ਗੱਲਾਂ ਸੱਚੀਆਂ ਨੇ ਜਾਂ ਸਾਰੀਆਂ ਝੂਠੀਆਂ ਹਨ। सोरठा आगे दौलत लाए। बाबर चढ़ियो सो हिंद को। ਤੇ ਦੌਲਤ ਖਾਂ ਨੂੰ ਅੱਗੇ ਲਾ ਲਿਆ ਵੀ ਚੱਲੋ ਫਿਰ ਦੌਲਤ ਖਾਂ ਪਠਾਨ ਜੀ ਤੁਸੀਂ ਮੂਹਰੇ ਲੱਗੋ, ਦਿਖਾਓ ਫਿਰ ਹਿੰਦੁਸਤਾਨ ਦਾ ਰਸਤਾ, ਚੜਾਈ ਕਰੀਏ ਜਰਾ ਕਿ ਦਿੱਲੀ ਵੱਲ ਨੂੰ। सतगुर रबाब बचा बजाए। मुख तै शब्द उचारियो। ਤੇ ਇਧਰੋਂ ਬਾਬਰ ਚੜ ਕੇ ਆ ਰਿਹਾ ਤੇ ਉਧਰ ਐਮਨਾਬਾਦ ਰੋੜੀ ਸਾਹਿਬ ਬੈਠੇ ਹੋਏ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਭਾਈ ਮਰਦਾਨੇ ਨੂੰ ਕੀ ਆਖਦੇ ਨੇ? ਮਰਦਾਨਿਆ ਰਬਾਬ ਛੇੜ ਬਾਣੀ ਆਈ ਹੈ। ਜਦੋਂ ਪਾਤਸ਼ਾਹ ਮਹਾਰਾਜ ਨੂੰ ਇਲਹਾਮ ਹੁੰਦਾ ਸੀ, ਮਹਾਰਾਜ ਇਹ ਨਹੀਂ ਸੀ ਆਖਦੇ ਮਰਦਾਨਿਆ ਰਬਾਬ ਛੇੜ ਬਾਣੀ ਬੋਲਣੀ ਹੈ, ਬਾਣੀ ਗਾਣੀ ਹੈ। ਮਹਾਰਾਜ ਆਖਦੇ ਬਾਣੀ ਆਈ ਹੈ। ਕਿੱਥੋਂ ਆਈ ਬਾਣੀ? ਧੁਰ ਕੀ ਬਾਣੀ ਆਈ, ਤਿਨ ਸਗਲੀ ਚਿੰਤ ਮਟਾਈ। ਇਹ ਧੁਰ ਦਰਗਾਹੋਂ ਆਈ ਹੋਈ ਬਾਣੀ। ਮਹਾਰਾਜ ਨੇ ਆਖਿਆ ਮਰਦਾਨਿਆ ਰਬਾਬ ਛੇੜ ਬਾਣੀ ਆਈ ਹੈ। शब्द खुरासान खसमाना किया। हिंदुस्तान डराया। ਮਹਾਰਾਜ ਜੀ ਨੇ ਸ਼ਬਦ ਉਚਾਰਨ ਕੀਤਾ, ਖੁਰਾਸਾਨ ਖਸਮਾਨਾ ਕੀਆ, ਹਿੰਦੁਸਤਾਨ ਡਰਾਇਆ। ਕੱਲ ਇਹ ਪੰਕਤੀ ਮੈਂ ਗਲਤ ਪੜ ਗਿਆ ਸੀ, ਮੈਨੂੰ ਮਾਫ ਕਰਨਾ ਸੰਗਤ ਜੀ। ਤੇ ਮਹਾਰਾਜ ਜੀ ਨੇ ਸ਼ਬਦ ਉਚਾਰਨ ਕੀਤਾ ਖੁਰਾਸਾਨ। ਇਹ ਇੱਕ ਇਲਾਕਾ ਈਰਾਨ ਦੇ ਪੂਰਬ ਦੇ ਵਿੱਚ, ਅਫਗਾਨਿਸਤਾਨ ਦੇ ਪੱਛਮ ਦੇ ਵਿੱਚ ਇਹ ਇਲਾਕਾ ਖੁਰਾਸਾਨ, ਜਿੱਥੋਂ ਹੁਣ ਬਾਬਰ ਚੜ ਕੇ ਆ ਰਿਹਾ ਹੈ। ਖਸਮਾਨਾ ਕੀਆ ਤੇ ਬਾਬਰ ਜਦੋਂ ਚੜ ਕੇ ਆ ਰਿਹਾ, ਪਿੱਛੋਂ ਇਹਨੇ ਖੁਰਾਸਾਨ ਦਾ ਆਪਣਾ ਪ੍ਰਬੰਧ ਕਿਸੇ ਨੂੰ ਬਣਾ ਦਿੱਤਾ, ਕਿਸੇ ਹੋਰ ਨੂੰ ਖਸਮਾਨਾ ਕਰ ਦਿੱਤਾ ਵੀ ਜਦੋਂ ਤੱਕ ਮੈਂ ਨਹੀਂ ਆਉਂਦਾ ਹਿੰਦੁਸਤਾਨ ਤੋਂ ਤੂੰ ਰਾਜ ਕਰ। ਖੁਰਾਸਾਨ ਖਸਮਾਨਾ ਕੀਆ, ਹਿੰਦੁਸਤਾਨ ਡਰਾਇਆ। ਤੇ ਆਣ ਕੇ ਬਾਬਰ ਹਿੰਦੁਸਤਾਨ ਨੂੰ ਡਰਾ ਰਿਹਾ ਹੈ। ਇਹ ਬਾਬਰ ਬਾਣੀ ਹੈ। ਇਹ 4 ਸ਼ਬਦ ਨੇ ਮਹਾਰਾਜ ਜੀ ਦੀ ਬਾਣੀ ਵਿੱਚ, ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਮਹਾਰਾਜ ਵਿੱਚ, ਜਿਹਨੂੰ ਬਾਬਰ ਬਾਣੀ ਆਖਿਆ ਜਾਂਦਾ। 3 ਸ਼ਬਦ ਆਸਾ ਰਾਗ ਦੇ, 1 ਸ਼ਬਦ ਤਿਲੰਗ ਰਾਗ ਦੇ ਵਿੱਚ। ਪੁਰਾਤਨ ਗੁਰਸਿੱਖਾਂ ਨੇ ਕਈ ਸ਼ਬਦ ਇਕੱਤਰ ਕਰਕੇ ਬਾਣੀਆਂ ਬਣਾਈਆਂ। ਜਿਵੇਂ ਆਪਾਂ ਬਾਣੀ ਪੜ੍ਹਦੇ ਹਾਂ ਦੁਖ ਭੰਜਨੀ ਸਾਹਿਬ, ਉਹ ਕੋਈ ਸਿਰਲੇਖ ਨਹੀਂ, ਉਹ ਸ਼ਬਦਾਂ ਦਾ ਸੰਗ੍ਰਹਿ ਹੈ। ਦੁਖ ਭੰਜਨੀ ਸਾਹਿਬ, ਸ਼ਬਦ ਹਜ਼ਾਰੇ, ਸੁਖਮਨਾ ਸਾਹਿਬ, ਆਸਾ ਰਾਗ ਦੇ ਛੰਤਾਂ ਨੂੰ ਇਕੱਠਾ ਕਰਕੇ ਸੁਖਮਨਾ ਸਾਹਿਬ ਬਾਣੀ ਬਣਾਈ। ਇਸੇ ਤਰ੍ਹਾਂ ਬਾਬਰ ਬਾਣੀ 4 ਸ਼ਬਦਾਂ ਦਾ ਸੰਗ੍ਰਹਿ ਕਰਕੇ ਇਹ ਬਾਬਰ ਬਾਣੀ ਮਹਾਰਾਜ ਜੀ ਨੇ ਬਣਾਈ, ਪੁਰਾਤਨ ਗੁਰਸਿੱਖਾਂ ਨੇ। ਜਿੱਥੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਬ੍ਰਹਮ ਦੀ ਵਿਚਾਰ ਹਨ,
ਲੋਕ ਜਾਣੈ ਇਹੋ ਗੀਤ ਹੈ, ਇਹ ਤੋਂ ਬ੍ਰਹਮ ਵਿਚਾਰ। ਬ੍ਰਹਮ ਦੀ ਵਿਚਾਰ, ਜਿੱਥੇ ਬ੍ਰਹਮ ਦੀ ਖੋਜ, ਬ੍ਰਹਮ ਦੀ ਵਿਚਾਰ ਹੈ, ਉੱਥੇ ਮਹਾਰਾਜ ਜੀ ਦੀ ਬਾਣੀ ਇਤਿਹਾਸਿਕ ਸਰੋਤ ਵੀ ਹੈ। ਸਮੇਂ ਸਮੇਂ ਤੇ ਜੋ ਕੁਝ ਵਾਪਰਿਆ ਉਹ ਕੁਝ ਘਟਨਾਵਾਂ ਮਹਾਰਾਜ ਜੀ ਦੀ ਬਾਣੀ ਦੇ ਵਿੱਚੋਂ ਮਿਲਦੀਆਂ। ਜਿਵੇਂ 6ਵੇਂ ਪਾਤਸ਼ਾਹ ਮਹਾਰਾਜ ਜੀ ਦੇ ਚੇਚਕ ਦਾ ਰੋਗ ਨਿਕਲਿਆ ਤੇ ਠੀਕ ਹੋਇਆ, ਮਹਾਰਾਜ ਜੀ ਨੇ ਸ਼ਬਦ ਉਚਾਰਨ ਕੀਤਾ, ਸੀਤਲਾ ਤੇ ਰੱਖਿਆ ਬਿਹਾਰੀ। ਸੁਲੀ ਖਾਂ ਚੜ ਕੇ ਆਇਆ, ਭੱਠੇ ਦੇ ਵਿੱਚ ਜਿਉਂਦਾ ਸੜ ਕੇ ਮਰ ਗਿਆ। ਸੁਲੀ ਹੋਏ ਮੂਆ ਨਾ ਪਾਕ। ਇਸੇ ਤਰ੍ਹਾਂ ਜਦੋਂ ਬਾਬਰ ਚੜ ਕੇ ਆ ਰਿਹਾ ਤੇ ਮਹਾਰਾਜ ਜੀ ਸ਼ਬਦ ਉਚਾਰਨ ਕਰ ਰਹੇ ਹਨ, ਤੇ 4 ਸ਼ਬਦਾਂ ਦੇ ਸੰਗ੍ਰਹਿ ਨੂੰ ਪ੍ਰਾਤਨ ਗੁਰਸਿੱਖਾਂ ਨੇ ਨਾਂ ਦਿੱਤਾ ਬਾਬਰ ਬਾਣੀ। ਤੇ ਹੁਣ ਬਾਬਰ ਇਹ ਖੁਰਾਸਾਨ ਤੋਂ ਹਿੰਦੁਸਤਾਨ ਵੱਲ ਚੜ ਕੇ ਆ ਰਿਹਾ ਹੈ। ਆਪੈ ਦੋਸ ਨ ਦੇਈ ਕਰਤਾ, ਜਮ ਕਰ ਮੁਗਲ ਚੜਾਇਆ। ਕਰਤਾ ਆਪਣੇ ਉੱਪਰ ਦੋਸ਼ ਨਹੀਂ ਲੈਂਦਾ, ਉਹ ਆਪਣੇ ਉੱਪਰ ਦੋਸ਼ ਨਹੀਂ ਲੈਂਦਾ, ਜਮ ਕਰ ਮੁਗਲ ਚੜਾਇਆ। ਕਿਉਂਕਿ ਜਿਹੜੇ ਆ ਪਾਪੀ ਸਨ ਪਠਾਨ, ਜਿਹੜੇ ਪਾਪ ਕਰ ਰਹੇ ਨੇ ਲੋਧੀ, ਇਹਨਾਂ ਨੂੰ ਮਾਰਨ ਵਾਸਤੇ ਇਹਨਾਂ ਦੇ ਉੱਪਰ ਇੱਕ ਹੋਰ ਪਾਪੀ ਚੜਾ ਕੇ ਲਿਆਉਂਦਾ। ਜੇ ਸਕਤਾ ਸਕਤੇ ਕੋ ਮਾਰੇ ਤਾਂ ਮਨ ਰੋਸ ਨਾ ਹੋਈ। ਜੋਰਾਵਰ ਦੇ ਉੱਪਰ ਜੇ ਜੋਰਾਵਰ ਚੜ ਕੇ ਆ ਰਿਹਾ ਤਾਂ ਰੋਸ ਕਾਹਦਾ? ਜੇ ਤਕੜੇ ਨੂੰ ਕੋਈ ਤਕੜਾ ਮਾਰ ਰਿਹਾ ਉਹਦੇ ਉੱਪਰ ਰੋਸ ਨਹੀਂ। ਤੇ ਮਹਾਰਾਜ ਜੀ ਨੇ ਹਾਲਤ ਬਿਆਨ ਕੀਤੀ, ਜਿਹੜੀਆਂ ਪਠਾਣੀਆਂ ਬੈਠੀਆਂ ਹੁੰਦੀਆਂ ਸਨ, ਜਿਹੜੀਆਂ 1-1 ਲੱਖ ਰੁਪਈਆ ਸ਼ਗਨ ਦਾ ਲੈਂਦੀਆਂ, 1 ਲੱਖ ਲੈਣ ਬੈਠੀਆਂ, ਲੱਖ ਲੈਣ ਖੜੀਆਂ, ਗਰੀ ਛੁਆਰੇ ਖਾਂਦੀਆਂ, ਮਾਣਨ ਸੇਜਣੀਆਂ, ਜਿਹੜੀ ਗਰੀ ਛੁਆਰੇ ਖਾਂਦੀਆਂ ਸਨ। ਫਿਰ ਮਹਾਰਾਜ ਨੇ ਆਖਿਆ 3 ਗਲ ਸਿਲਕਾਂ ਪਾਈਆਂ, ਟੁੱਟਣ ਮੋਤ ਸਰੀਆਂ। ਉਹਨਾਂ ਦੇ ਗਲਾਂ ਦੇ ਵਿੱਚ ਜਿੱਥੇ ਮੋਤੀਆਂ ਦੇ ਹਾਰ ਸਨ, ਇਹ ਬਾਬਰ ਦੇ ਸੈਨਿਕਾਂ ਨੇ ਆ ਕੇ ਗਲਾਂ 'ਚ ਰੱਸੇ ਪਾ ਦਿੱਤੇ, ਖਿੱਚ ਕੇ ਲੈ ਕੇ ਗਏ। ਤੇ ਮਹਾਰਾਜ ਜੀ ਆਪਣੀ ਬਾਣੀ 'ਚ ਆਖਦੇ ਹਨ ਕਿ ਜਿਹੜਾ ਵੀ ਕਰਤਾ ਆਪਣੇ ਉੱਪਰ ਦੋਸ਼ ਨਹੀਂ ਲੈਂਦਾ। ਇਹਨਾਂ ਪਾਪੀਆਂ ਨੂੰ, ਲੋਧੀਆਂ ਨੂੰ ਸੋਧਣ ਲਈ ਉਧਰੋਂ ਮੁਗਲਾਂ ਨੂੰ ਚੜਾ ਕੇ ਇਹਨਾਂ ਦੇ ਉੱਪਰ ਚੜਾਇਆ ਹੈ। ਚੋਪਈ ਅੱਗੇ ਦੌਲਤ ਖਾਨ ਬੁਲਾਇਆ। ਸਭ ਤੋਂ ਅੱਗੇ ਦੌਲਤ ਖਾਨ ਜਿਹੜਾ ਰਸਤਾ ਦੱਸਦਾ ਜਾ ਰਿਹਾ ਹੈ। ਮੁਲਕ ਅਮਾਨੀ ਰੱਖਦਾ ਆਇਆ। ਤੇ ਦੌਲਤ ਖਾਨ ਕੁਝ ਪਿੰਡਾਂ ਨੂੰ ਬਚਾਉਂਦਾ ਵੀ ਆ ਰਿਹਾ ਵੀ ਜੀ ਇਹ ਪਿੰਡ ਸਾਡੇ ਹਨ, ਇਹਨਾਂ ਦੇ ਉੱਪਰ ਹਮਲਾ ਨਹੀਂ ਕਰਨਾ। ਪਠਾਨਣ ਕੋ ਇੱਕ ਮਾਰਿਓ ਗ੍ਰਾਮ। ਤੇ ਜਿੱਥੇ ਪਠਾਣਾ ਦਾ ਇੱਕ ਪਿੰਡ ਸੀ, ਉਹ ਪਿੰਡ ਨੂੰ ਬੜਾ ਲੁੱਟਿਆ ਬਾਬਰ ਨੇ। ਸੈਦਪੁਰ ਉਥੋ ਤਿਸ ਕੋ ਨਾਮ। ਉਸ ਪਿੰਡ ਦਾ ਨਾਂ ਸੀ ਸੈਦਪੁਰ। ਐਮਨਾਬਾਦ ਵੀ ਜਿਸ ਨੂੰ ਆਖਿਆ ਜਾਂਦਾ, ਉਹ ਪਿੰਡ ਦਾ ਨਾਮ ਹੈ ਜਿੱਥੇ ਭਾਈ ਲਾਲੋ ਜੀ ਰਹਿੰਦੇ ਹਨ। ਕਿਛ ਤੱਕ ਸੀਰ ਸਤਿਗੁਰ ਕੀ ਕਈ। ਕਿਉਂਕਿ ਇਹਨਾਂ ਪਿੰਡ ਵਾਲਿਆਂ ਨੇ ਮਹਾਰਾਜ ਜੀ ਦੀ ਤਕਸੀਰ ਕੀਤੀ ਸੀ, ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਦੀ ਤੋਹੀਨ ਕੀਤੀ ਸੀ, ਉਹਨਾਂ ਦੀ ਬੇਅਦਬੀ ਕੀਤੀ ਸੀ। ਤਬ ਉਨ ਕੀ ਗਤ ਵੈਸੀ ਧਈ। ਤੇ ਜਦੋਂ ਮਹਾਰਾਜ ਜੀ ਦੀ ਬੇਅਦਬੀ ਕੀਤੀ ਤੇ ਉਸੇ ਪਿੰਡ ਨੂੰ ਫੇਰ ਬਾਬਰ ਨੇ ਆ ਕੇ ਸਜ਼ਾ ਦਿੱਤੀ। ਉਸੇ ਪਿੰਡ ਨੂੰ ਆ ਜ਼ੁਲਮ ਦਾ ਹਰਜਾਨਾ ਭੁਗਤਣਾ ਪਿਆ। ਦੌਲਤ ਖਾਨ ਤਬ ਬਾਬਰ ਬੁਲਾਇਆ। ਦੌਲਤ ਖਾਨ ਨੇ ਬਾਬਰ ਨੂੰ ਬੁਲਾਇਆ, ਪੰਜਾਬ ਦੀ ਧਰਤੀ ਦੇ ਉੱਪਰ ਚੜਨ ਦਾ ਨਿਯੋਤਾ ਦਿੱਤਾ। ਹੁਕਮ ਤਾਸ ਕੋ ਯੋ ਫਰਮਾਇਆ। ਇਸ ਪ੍ਰਕਾਰ ਹੁਕਮ ਦਿੱਤਾ। ਪੰਜਾਬ ਮੁਲਕ ਨਾਨਕ ਕੋ ਆਇਆ। ਜਦੋਂ ਸੈਦਪੁਰ ਆ ਗਏ, ਸੈਦਪੁਰ ਨੂੰ ਲੁੱਟਿਆ, ਸੈਦਪੁਰ ਦੇ ਲੋਕਾਂ ਨੂੰ ਜਦੋਂ ਕੁੱਟਿਆ, ਉਸ ਵੇਲੇ ਦੌਲਤ ਖਾਨ ਨੇ ਆਖਿਆ ਕਿ ਬਾਬਰ ਜੀ, ਇਹ ਪੰਜਾਬ ਦਾ ਇਲਾਕਾ ਇੱਥੋਂ ਸ਼ੁਰੂ ਹੁੰਦਾ ਹੈ, ਪੰਜਾਬ ਦੀ ਧਰਤੀ ਇੱਥੋਂ ਸ਼ੁਰੂ ਹੁੰਦੀ ਹੈ, ਤੇ ਇਹ ਧਰਤੀ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਦੀ ਧਰਤੀ ਹੈ। ਇਮਨਾਬਾਦ ਟਿਗ ਹੁਤੋ ਬਤਾਇਆ। ਇਸ ਪ੍ਰਕਾਰ ਦੌਲਤ ਖਾਨ ਨੇ ਆਖਿਆ। ਗਿਲ ਜਨ ਤੇ ਵਹਿ ਮਨ ਕਰ ਡਰ। ਤੇ ਗਿਲਜਿਆਂ ਦਾ ਡਰ ਸੀ, ਉਹਨਾਂ ਨੂੰ ਵੀ ਗਿਲਜਿਆਂ ਪਠਾਣਾ ਦਾ ਡਰ ਸੀ। ਸੋ ਨੱਠ ਗਇਓ ਕਿ ਰਹਿਓ ਘਰ। ਤੇ ਹੁਣ ਬਾਬਰ ਪੁੱਛਦਾ ਕਿ ਕਈ ਜਿਹੜੇ ਗਿਲਜੇ ਨੇ ਉਹ ਤਾਂ ਭੱਜ ਗਏ ਪਿੰਡਾਂ ਦੇ ਪਿੰਡ ਛੱਡ ਕੇ, ਤੂੰ ਇਹ ਦੱਸ ਜਿਹੜੇ ਗੁਰੂ ਨਾਨਕ ਪੀਰ ਦੀ ਤੂੰ ਗੱਲ ਕਰਦਾ, ਕਿ ਉਹ ਵੀ ਹਜੇ ਬੈਠੇ ਨੇ ਕਿ ਉਹ ਵੀ ਦੌੜ ਗਏ? ਉਹ ਬੈਠੇ ਨੇ।
ਕਿ ਸਾਡਾ ਨਾਂ ਸੁਣ ਕੇ ਭੱਜ ਗਏ। ਜੋ ਨਟ ਗਇਓ ਤੋ ਫੇਰ ਲਿਆਵੋ। ਜੇ ਤਾਂ ਭੱਜ ਕੇ ਚਲੇ ਗਏ ਤਾਂ ਉਹਨਾਂ ਨੂੰ ਵਾਪਸ ਬੁਲਾ ਕੇ ਲਿਆਵੋ। ਹਮ ਸੋ ਬਾਤਾਂ ਆਨ ਕਰਾਵੋ। ਉਹਨਾਂ ਨੂੰ ਆਖੋ ਕਿ ਡਰਨ ਦੀ ਲੋੜ ਨਹੀਂ, ਸਾਡੇ ਨਾਲ ਆ ਕੇ ਸਲਾਹ ਕਰੋ, ਮਸ਼ਵਰਾ ਕਰੋ। ਹਮ ਉਸ ਸੋ ਕਰੈ ਨ ਖੋਟੀ ਕੋਈ। ਮੈਂ ਉਹਨਾਂ ਦੇ ਉੱਪਰ ਕੋਈ ਤਕੜਾਈ ਨਹੀਂ ਕਰਾਂਗਾ, ਕੋਈ ਖੋਟੀ ਗੱਲ ਨਹੀਂ ਕਰਾਂਗਾ। ਦੇਉ ਜਗੀਰ ਜੋ ਚਾਹੈ ਹੋਈ। ਮੈਂ ਤਾਂ ਸਗੋਂ ਤੁਹਾਡੇ ਗੁਰੂ ਨਾਨਕ ਪੀਰ ਨੂੰ ਜਗੀਰਾਂ ਦਵਾਂਗਾ। ਬਾਬਰ ਗੱਲ ਆਖ ਰਿਹਾ, ਆਪ ਮੰਗਤਾ ਬਣ ਕੇ ਆ ਰਿਹਾ ਹੈ। ਆਪ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਤੋਂ ਹਜੇ ਇਹਨੇ ਰਾਜ ਲੈਣਾ ਹਿੰਦੁਸਤਾਨ ਦਾ, ਤੇ ਮਹਾਰਾਜ ਨੂੰ ਆਖ ਰਿਹਾ ਵੀ ਜਾਓ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਨੂੰ ਸੱਦੋ, ਉਹਨਾਂ ਨੂੰ ਆਖੋ ਡਰਨ ਦੀ ਲੋੜ ਨਹੀਂ, ਮੈਂ ਉਹਨਾਂ ਨੂੰ ਜਗੀਰ ਦਵਾਂਗਾ। ਤੇ ਮੰਗਤਾ ਬਣ ਕੇ ਆਪ ਬਾਬਰ ਆ ਰਿਹਾ ਹੈ। ਸੋ ਮੂਰਖ ਉਨ ਲਖੀ ਨਾ ਬਾਤ। ਇਹ ਬਾਬਰ ਮੂਰਖ ਮੱਤ ਵਾਲਾ, ਇਹ ਗੁਰੂ ਨਾਨਕ ਮਹਾਰਾਜ ਦੀ ਕੀਰਤੀ ਨੂੰ ਨਹੀਂ ਜਾਣ ਸਕਿਆ। ਸਤਿਗੁਰ ਡਰ ਕਬ ਕਿਸ ਤੇ ਜਾਤ। ਮਹਾਰਾਜ ਨੂੰ ਕਦੋਂ ਕਿਸ ਦਾ ਡਰ ਹੈ? ਉਹ ਤਾਂ ਨਿਰਭਉ ਹਨ। ਮੂਲ ਮੰਤਰ ਦੇ ਵਿੱਚ ਆਖਦੇ ਆ ਨਾ, ਨਿਰਭਉ। ਪਾਤਸ਼ਾਹ ਮਹਾਰਾਜ ਜੀ ਨਿਰਭਉ ਹਨ। ਭੈ ਕਾਹੂ ਕੋ ਦੇਤ ਨਹਿ, ਨਹਿ ਪੈ ਮਾਨਤ ਆਨ। ਮੇਰੇ ਗੁਰੂ ਪਾਤਸ਼ਾਹ ਮਹਾਰਾਜ ਜੀ ਨਿਰਭਉ ਹਨ। ਨਿਰਭਉ ਜਪੈ ਸਗਲ ਭਉ ਮਿਟੈ। ਗੁਰੂ ਨਾਨਕ ਪਾਤਸ਼ਾਹ ਮਹਾਰਾਜ ਨੂੰ ਕਿਸੇ ਦਾ ਡਰ ਨਹੀਂ। ਕਰਤਾ ਹਰਤਾ ਆਪੇ ਹੋਈ। ਮਹਾਰਾਜ ਜੀ ਸਾਰਿਆਂ ਦੇ ਕਰਤਾ ਹਨ, ਸਾਰੀ ਸ੍ਰਿਸ਼ਟੀ ਨੂੰ ਹਰਨ ਵਾਲੇ ਹਨ। ਉਸ ਕੇ ਡਰ ਤੇ ਜਗ ਸੁਖ ਹੋਈ। ਉਹਨਾਂ ਨੂੰ ਕਿਸੇ ਦਾ ਡਰ ਨਹੀਂ, ਸਗੋਂ ਉਹਨਾਂ ਦੇ ਡਰ ਦੁਆਰਾ ਸਾਰਾ ਜਗਤ ਸੁਖੀ ਵਸਦਾ ਹੈ। ਭੈ ਵਿੱਚ ਪਵਨ ਵਹਿ ਸਦਵਾਓ, ਭੈ ਵਿੱਚ ਚੱਲੈ ਲਖ ਦਰਿਆਓ। ਸਭ ਕੁਝ ਮਹਾਰਾਜ ਜੀ ਦੇ ਭੈ ਦੇ ਵਿੱਚ, ਮਹਾਰਾਜ ਜੀ ਦੇ ਡਰ ਵਿੱਚ ਚੱਲਦਾ ਹੈ। ਦੋਹਰਾ ਜਹ ਸਤਿਗੁਰ ਥੇ ਤਪ ਕਰਤ, ਉਪਰ ਰੋੜੀ ਥਾਏ। ਸੈਦਪੁਰ ਦੀ ਧਰਤੀ ਤੇ ਜਦੋਂ ਆਇਆ ਬਾਬਰ, ਤੇ ਇਧਰ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਐਮਨਾਬਾਦ ਦੇ ਵਿੱਚ ਰੋੜੀ ਸਾਹਿਬ ਦੇ ਸਥਾਨ ਤੇ ਮਹਾਰਾਜ ਤਪ ਕਰ ਰਹੇ ਨੇ ਵੱਟਿਆਂ ਦੇ ਉੱਪਰ। ਓਮ ਚਲੈ ਗਿਰਵਰ ਚਲੈ, ਤਪ ਗੁਰ ਚੱਲ ਰਹਾਏ। ਧਰਤੀ ਵੀ ਹਿੱਲ ਸਕਦੀ ਹੈ, ਸੂਰਜ ਵੀ ਇਹ ਪੱਛਮ ਦੇ ਵਿੱਚੋਂ ਉੱਗ ਸਕਦਾ, ਸਮੁੰਦਰਾਂ ਦਾ ਪਾਣੀ ਵੀ ਸੁੱਕ ਸਕਦਾ ਹੈ, ਵਿੰਧਿਆਚਲ ਪਰਬਤ ਇਹ ਵੀ ਆਪਣੀ ਥਾਂ ਤੋਂ ਹਟ ਸਕਦਾ ਹੈ, ਪਰ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਅਚਲ ਹਨ, ਉਹ ਚਲਾਇਮਾਨ ਨਹੀਂ ਹਨ। ਸਤਿ ਸ੍ਰੀ ਅਕਾਲ। ਚੌਪਈ ਤਬ ਦੌਲਤ ਕੋ ਸ਼ਾਹ ਫਰਮਾਇਆ। ਦੌਲਤ ਖਾਨ ਨੂੰ ਬਾਦਸ਼ਾਹ ਬਾਬਰ ਇਸ ਪ੍ਰਕਾਰ ਆਖਦਾ ਕਹਿਣ ਲੱਗਾ, ਤੁਰਤ ਦੌਲਤ ਵੱਲ ਗੁਰੂ ਕੀ ਧਾਇਆ। ਤੇ ਜਾਓ ਜਾ ਕੇ ਆਪਣੇ ਨਾਨਕ ਪੀਰ ਜੀ ਨੂੰ ਬੁਲਾ ਕੇ ਲਿਆਵੋ। ਜਬ ਜਗਹਾ ਗੁਰ ਨਜ਼ਰ ਸੁਆਈ। ਤੇ ਦੌਲਤ ਖਾਨ ਗਿਆ ਭੱਜਦਾ ਹੋਇਆ, ਵੇਖਿਆ ਜਾ ਕਰਕੇ ਗੁਰੂ ਨਾਨਕ ਮਹਾਰਾਜ ਕਿੱਥੇ ਬੈਠੇ ਨੇ। ਉਹ ਰੋੜਾਂ ਦੀ ਸੇਜ ਵਜਾ ਕੇ ਬੈਠੇ ਹਨ। ਉਤਰ ਘੋੜਿਓ ਪਗ ਕਰੀ ਧਾਈ। ਦੂਰੋਂ ਹੀ ਵੇਖਿਆ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਨੂੰ, ਆਪਣੇ ਘੋੜੇ ਤੋਂ ਹੇਠਾਂ ਉਤਰ ਗਿਆ ਦੌਲਤ ਖਾਂ। ਘੋੜਾ ਅੱਗੇ ਨਹੀਂ ਲੈ ਕੇ ਗਿਆ, ਘੋੜੇ ਤੋਂ ਹੇਠਾਂ ਉਤਰ ਗਿਆ, ਚਰਨਾਂ ਦੇ ਵਿੱਚੋਂ ਜੋੜਾ ਵੀ ਲਾਹ ਲਿਆ। ਦੂਰੋਂ ਕੁਰਨਸ ਕਰਤਾ ਆਇਆ। ਤੇ ਦੂਰੋਂ ਹੀ ਮਹਾਰਾਜ ਜੀ ਨੂੰ ਕੁਰਨਸ ਕਰਦਾ ਆ ਰਿਹਾ। ਕੁਰਨਸ ਕਹਿੰਦੇ ਨੇ ਸਲਾਮ ਕਰਨ ਨੂੰ। ਦੂਰੋਂ ਹੀ ਸਲਾਮਾਂ ਕਰਦਾ ਆ ਰਿਹਾ ਪਾਤਸ਼ਾਹ ਨੂੰ। ਚਰਨੀ ਮੱਥਾ ਗੁਰ ਕੀ ਲਾਇਆ। ਆਣ ਕੇ ਮਹਾਰਾਜ ਜੀ ਦੇ ਚਰਨ ਕਮਲਾਂ ਉੱਪਰ ਇਸਨੇ ਆਪਣਾ ਮੱਥਾ ਰੱਖ ਦਿੱਤਾ। ਬਾਰ ਬਹੁਤ ਲੋ ਰਹਿਓ ਟਿਕਾਈ। ਕੁਝ ਸਮਾਂ ਮੱਥਾ ਟਿਕਾ ਕੇ ਰੱਖਿਆ, ਸਿਰ ਚੱਕਦਾ, ਮਹਾਰਾਜ ਜੀ ਦਾ ਮੁਖੜਾ ਵੇਖਦਾ, ਫਿਰ ਚਰਨਾਂ ਦੇ ਉੱਪਰ ਮਸਤਕ ਰੱਖ ਦਿੰਦਾ। ਵਾਰ-ਵਾਰ ਮਹਾਰਾਜ ਜੀ ਦੇ ਚਰਨਾਂ ਦੇ ਉੱਪਰ ਮੱਥਾ ਟੇਕਦਾ ਹੈ। ਸਤਿਗੁਰ ਕਹਿਓ ਅਬ ਲੇਹੋ ਉਠਾਈ। ਮਹਾਰਾਜ ਜੀ ਦੇ ਨੇਤਰ ਖੁੱਲੇ ਗੁਰੂ ਨਾਨਕ ਮਹਾਰਾਜ ਜੀ ਦੇ। ਵੇਖਿਆ ਦੌਲਤ ਖਾਂ ਆਪਣਾ ਸਿਰ ਰੱਖੀ ਬੈਠਾ ਚਰਨਾਂ ਦੇ ਉੱਪਰ। ਮਹਾਰਾਜ ਜੀ ਨੇ ਦੌਲਤ ਖਾਂ ਦੇ ਸੀਸ ਦੇ ਉੱਪਰ ਹੱਥ ਰੱਖਿਆ। ਦੌਲਤ ਉੱਠ, ਹੁਣ ਬਸ ਆਪਣਾ ਸਿਰ ਚੱਕ ਲੈ ਸਾਡੇ ਚਰਨਾਂ ਤੋਂ। ਸਤਿਗੁਰ ਥੇ ਸਭ ਜਾਣੀ ਜਾਣ। ਪਾਤਸ਼ਾਹ ਮਹਾਰਾਜ ਸਭ ਜਾਣੀ ਜਾਣ ਸਨ। ਮਹਾਰਾਜ ਜਾਣਦੇ ਸਨ ਕਿ ਬਾਬਰ ਨਾਲ ਕੀ ਗੱਲ ਹੋਈ ਹੈ, ਬਾਬਰ ਦੇ ਮਨ ਵਿੱਚ ਕੀ ਹੈ। ਬਾਬਰ ਹੰਕਾਰ ਧਾਰਨ ਕਰਕੇ ਆ ਰਿਹਾ ਸਾਡੇ ਪ੍ਰਤੀ। ਮਹਾਰਾਜ ਸਭ ਕੁਝ ਜਾਣਦੇ ਹਨ। ਕੁਛ ਦੌਲਤ ਗੁਰ ਰਾਖਿਓ ਮਾਣ। ਪਰ ਤਾਂ ਵੀ ਮਹਾਰਾਜ ਜੀ ਨੇ ਦੌਲਤ ਖਾਂ ਦਾ ਮਾਣ ਰੱਖਿਆ।
ਮਹਾਰਾਜ ਜੀ ਆਪ ਉਸ ਨੂੰ ਪੁੱਛਦੇ ਹਨ। ਬਾਬਰ ਕੋ ਸਭ ਜ਼ਿਕਰ ਸੁਣਾਇਆ। ਦੌਲਤ ਖਾਨ ਨੇ ਬਾਬਰ ਦਾ ਜ਼ਿਕਰ ਸੁਣਾਇਆ। ਮਹਾਰਾਜ ਬਾਬਰ ਆ ਗਿਆ ਦਰਵਾਜ਼ੇ ਦੇ ਉੱਤੇ। ਮਹਾਰਾਜ ਸੈਦਪੁਰ ਦੇ ਵਿੱਚ ਬਾਬਰ ਪਹੁੰਚ ਚੁੱਕਾ ਹੈ। ਤੁਮ ਪੈ ਬਾਬਰ ਚਾਹਤ ਆਇਆ। ਮਹਾਰਾਜ ਬਾਬਰ ਤੁਹਾਨੂੰ ਮਿਲਣਾ ਚਾਹੁੰਦਾ ਹੈ, ਤੁਹਾਨੂੰ ਪਤਿਆਣਾ ਚਾਹੁੰਦਾ ਹੈ। ਉਸਨੇ ਆਖਿਆ ਕਿ ਇਹ ਸੱਚੇ ਹਨ ਜਾਂ ਝੂਠੇ ਹਨ। ਮਹਾਰਾਜ ਤੁਹਾਨੂੰ ਪਤਿਆ ਕੇ ਵੇਖਣਾ ਚਾਹੁੰਦਾ ਹੈ। ਸਤਿਗੁਰ ਕਹਿਓ ਹਮ ਊਹਾਂ ਜਾਵੈਂ। ਮਹਾਰਾਜ ਕਹਿੰਦੇ ਕੋਈ ਗੱਲ ਨਹੀਂ ਦੌਲਤ ਖਾਂ, ਫਿਰ ਚੱਲਦੇ ਆ ਉਹਦੇ ਕੋਲ। ਉਹ ਨਾ ਆਵੇ, ਅਸੀਂ ਚੱਲਦੇ ਆ ਉਸਦੇ ਕੋਲ। ਇਹਾਂ ਲੋਕ ਉਸ ਲਿਆਏ ਸਤਾਵੈਂ। ਕਿਉਂਕਿ ਜੇ ਉਹ ਇੱਥੇ ਚੱਲ ਕੇ ਆਵੇਗਾ ਤੇ ਇੱਥੋਂ ਦੇ ਕਈ ਬੰਦਿਆਂ ਨੂੰ ਮਾਰੇਗਾ, ਉਹ ਕਈਆਂ ਦੇ ਘਰ ਘੜ ਤਬਾਹ ਕਰੇਗਾ, ਲੁੱਟ ਮਚਾਵੇਗਾ। ਇਸ ਕਰਕੇ ਅਸੀਂ ਆਪ ਬਾਬਰ ਦੇ ਕੋਲ ਚੱਲ ਕਰਕੇ ਜਾਵਾਂਗੇ। ਹਮ ਆਪੇ ਦੇਖੈਂ ਉਸ ਚੱਲ। ਤੇ ਅਸੀਂ ਆਪ ਵੇਖਾਂਗੇ ਬਾਬਰ ਕਿਹੋ ਜਿਹਾ ਬਾਦਸ਼ਾਹ ਹੈ, ਉਹ ਕਿਸ ਪ੍ਰਕਾਰ ਪਤਿਆਉਂਦਾ ਸਾਨੂੰ, ਕਿਹੜੀ ਕਰਾਮਾਤ ਉਸਨੇ ਸਾਡੇ ਵਿੱਚੋਂ ਵੇਖਣੀ ਹੈ, ਸਾਨੂੰ ਕਿਹੜਾ ਮੁਸਲਮਾਨ ਬਣਾਉਂਦਾ ਉਹ। ਅਸੀਂ ਪਤਿਆ ਕੇ ਵੇਖਦੇ ਹਾਂ ਬਾਬਰ ਨੂੰ। ਹੁਣ ਜਿਸ ਪ੍ਰਕਾਰ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਬਾਬਰ ਨੂੰ ਆਣ ਕੇ ਮਿਲਦੇ ਹਨ ਤੇ ਕਿਸ ਪ੍ਰਕਾਰ ਆਪਸ ਦੇ ਵਿੱਚ ਗੱਲਾਂ ਬਾਤਾਂ ਹੋ ਰਹੀਆਂ ਹਨ, ਉਹ ਕਥਾ ਆਪਾਂ ਕੱਲ ਦੇ ਪ੍ਰਸੰਗਾਂ ਦੇ ਵਿੱਚ ਸਰਵਣ ਕਰਾਂਗੇ। ਪੰਥ ਖਾਲਸੇ ਦਾ ਪਾਵਨ ਪਵਿੱਤਰ ਇਤਿਹਾਸ ਕਥਨ ਕਰਦੇ ਹਾਂ। ਭੁੱਲਾਂ ਚੁੱਕਾਂ ਦੀ ਖਿਮਾ। ਵਾਹਿਗੁਰੂ 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 हे अच्युत हे पार ब्रह्म अविनाशी अगनाश हे पूरन हे सर्वमय दुख पंजन गुणतास हे संगी हे निरंकार हे निर्गुण सब एक हे गोविंद हे गुण निधान जाकै सदा विवेक हे अपरंपर हर हरे है पी होवन हार हे संत कै सदा संग निधारा आधार हे ठाकुर हो दासरो मैं निर्गुण गुण नहीं कोई नानक दीजै नाम दान राखो हिय परोए अय प्रभ शरणागति कृपा निध दयाल एक अखर हर मन बस्त नानक होत निहाल वाहिगुरु नाम जहाज है चढ़े सोतरे पार जो शरदा कर सेवंदे गुर पार उतारण हार जो शरदा कर सेवंदे गुर पार उतारण हार वाहिगुरु जी का खालसा वाहिगुरु जी की फतेह।